Welcome back everyone to the official YouTube channel of Yes Academy. I am Yogesh. As you know, we have started a series containing the lectures of soil mechanics. In this video, our purpose is to discuss about earth pressure. अर्थ प्रैशर की जो आप गल करांगे तो एक बहुत इंपॉर्टेंट टॉपिक है हर एक एग्जाम के लिए, चाहे तुम ES का एग्जाम अटैम्प्ट करो, चाहे गेट अटैम्प्ट करो, चाहे तुम SDO JEE के एग्जाम्स लिए जाना चाहो, तो अर्थ प्रैशर एक बहुत इंपॉर्टेंट टॉपिक बन जाता है। अर्थ प्रैशर तो मतलब की होगा जो आप बेसिकली इन सिंपल लैंग्वेज का मीनिंग समझिए तो अर्थ प्रैशर का की मतलब होगा कोई भी एक वॉल जिसके एक साइड उपर सॉइल होगी, जे एक साइड उपर सॉइल है तो यह सॉइल इस वॉल उत्ते कोई ना कोई प्रैशर एग्जर्ट करूगी, इस वॉल को फेल करवाने की कोशिश करूगी, तो दैट प्रैशर एग्जर्टेड बाय दिस सॉइल ऑन दिस वॉल ऑन दिस स्ट्रक्चर is known as earth pressure. The wall which hold soil, जिहड़ी wall soil ਨੂੰ hold करके रख रही है एक साइड ਦੇ ਉੱਪਰ, उस wall ਨੂੰ ਆਪਾਂ ਨਾਮ ਦਿੰਦੇ ਆ retaining wall. retaining wall ਆਪਾਂ ਸਾਰਿਆਂ ਨੇ ਦੇਖੀ ਹੈ, ਆਪਾਂ ਨੂੰ ਆਰਾਮ ਹੀ ਇਹਦੀਆਂ ਐਗਜ਼ਾਮਪਲਸ ਦੇਖਣ ਨੂੰ ਮਿਲ ਜਾਂਦੀਆਂ। ਰਿਟੇਨਿੰਗ ਵਾਲਸ ਕਿਹੜੀਆਂ ਹੁੰਦੀਆਂ, ਜਿਵੇਂ ਫੋਰ ਐਗਜ਼ਾਮਪਲ ਕੋਈ ਬੇਸਮੈਂਟ ਹੈ, ਬੇਸਮੈਂਟ ਤੇ ਇੱਕ ਸਾਈਡ ਤੇ ਸੋਇਲ ਹੁੰਦਾ, ਇੱਕ ਸਾਈਡ ਤੇ ਕੋਈ ਰੂਮ ਹੁੰਦਾ, ਤਾਂ ਉਹ ਸੋਇਲ ਵਾਲੀ ਜਿਹੜੀ ਸੋਇਲ ਨੂੰ ਹੋਲਡ ਕਰਕੇ ਰੱਖਣ ਵਾਲੀ ਵਾਲ ਹੈ ਉਹਨੂੰ ਆਪਾਂ ਰਿਟੇਨਿੰਗ ਵਾਲ ਬੋਲ ਦਿੰਦੇ ਆ। ਤਾਂ ਜਿਹੜੀਆਂ ਇਹ ਰਿਟੇਨਿੰਗ ਵਾਲਸ ਹੁੰਦੀਆਂ ਨੇ ਇਹ ਬੇਸਿਕਲੀ 3 ਟਾਈਪਸ ਦੀਆਂ ਹੁੰਦੀਆਂ ਨੇ। ਆਪਾਂ ਨੂੰ ਡਿਟੇਲ 'ਚ ਜਾਣ ਦੀ ਲੋੜ ਨਹੀਂ, ਪਰ ਆਪਾਂ ਸਿੰਪਲ ਟਾਈਪਸ ਦੇਖ ਰਹੇ ਹਾਂ। ਸਭ ਤੋਂ ਪਹਿਲਾਂ ਜਿਹੜੀ ਟਾਈਪ ਹੁੰਦੀ ਹੈ ਦੈਟ ਇਜ਼ ਗ੍ਰੈਵਿਟੀ ਵਾਲ। ਗ੍ਰੈਵਿਟੀ ਵਾਲ ਤਾਂ ਜਿਵੇਂ ਨਾਮ ਤੋਂ ਹੀ ਕਲੀਅਰ ਹੈ, ਮੇਨਲੀ ਗ੍ਰੈਵਿਟੀ ਫੋਰਸ ਨੂੰ ਯੂਜ਼ ਕਰ ਰਹੀ ਹੈ ਸਾਰੀਆਂ ਫੋਰਸਿਸ ਨੂੰ ਰੈਜ਼ਿਸਟ ਕਰਨ ਦੇ ਲਈ। ਇਸ ਸ਼ੇਪ ਦੀ ਹੁੰਦੀ ਹੈ ਗ੍ਰੈਵਿਟੀ ਵਾਲ, ਇੱਕ ਸਾਈਡ ਤੇ ਸੋਇਲ ਹੋ ਸਕਦੀ ਹੈ, ਦੋਨੇ ਸਾਈਡਾਂ ਤੇ ਸੋਇਲ ਹੋ ਸਕਦੀ ਹੈ, ਡਿਪੈਂਡ ਕਰੂਗਾ ਗ੍ਰੈਵਿਟੀ ਵਾਲ। ਸੈਕੰਡ ਕੈਂਟੀਲੀਵਰ। ਕੈਂਟੀਲੀਵਰ ਵਾਲ ਹੁੰਦੀ ਹੈ ਕੁਝ ਇਸ ਤਰੀਕੇ ਦੀ, ਲਾਈਕ ਦਿਸ, ਸਿੰਪਲੀ ਇੱਕ ਵਾਲ ਹੁੰਦੀ ਹੈ ਕੈਂਟੀਲੀਵਰ ਵਾਲ, ਇਸ ਦੇ ਇੱਕ ਸਾਈਡ ਉੱਪਰ ਸੋਇਲ ਹੁੰਦੀ ਹੈ ਕੈਂਟੀਲੀਵਰ ਵਾਲ ਦੇ। ਥਰਡ ਹੁੰਦੀ ਹੈ ਕਾਊਂਟਰਫੋਰਟ। ਕਾਊਂਟਰਫੋਰਟ ਜਿਹੜੀ ਰਿਟੇਨਿੰਗ ਵਾਲ ਹੁੰਦੀ ਹੈ ਇਹ ਸੇਮ ਹੁੰਦੀ ਹੈ ਤਕਰੀਬਨ ਕੈਂਟੀਲੀਵਰ ਵਾਂਗੂ। ਫਰਕ ਕਿੱਥੇ ਹੁੰਦਾ ਹੈ, ਇਹਦੇ ਵਿੱਚ ਇੱਕ ਸਾਈਡ ਦੇ ਉੱਪਰ ਇੱਕ ਕਾਊਂਟਰਫੋਰਟ ਇਸ ਤਰੀਕੇ ਨਾਲ ਪ੍ਰੈਜ਼ੈਂਟ ਹੁੰਦਾ ਹੈ, ਜਿਸ ਪਾਸੇ ਸੋਇਲ ਹੁੰਦੀ ਹੈ ਉਸ ਤੋਂ ਆਪੋਜ਼ਿਟ ਸਾਈਡ ਦੇ ਉੱਪਰ ਨੀਚੇ ਇੱਕ ਕਾਊਂਟਰਫੋਰਟ ਲੱਗਿਆ ਹੁੰਦਾ ਜਿਹੜਾ ਕਿ ਇਸ ਵਾਲ ਨੂੰ ਸਪੋਰਟ ਕਰਦਾ ਹੈ। ਕਲੀਅਰ। ਜੇ ਆਪਾਂ ਇਹਨਾਂ ਵਾਲਸ ਦਾ ਫੇਲਿਅਰ ਦੇਖੀਏ ਤਾਂ ਵਾਲਸ ਦੇ ਉੱਪਰ ਮੈਕਸਿਮਮ ਜਦੋਂ ਆਪਾਂ ਪ੍ਰੈਸ਼ਰ ਦੇਖਾਂਗੇ ਤਾਂ ਉਹ ਬਾਟਮ ਉੱਪਰ ਆ ਰਿਹਾ ਹੋਊਗਾ। ਜੇ ਮੈਕਸਿਮਮ ਪ੍ਰੈਸ਼ਰ ਬਾਟਮ ਤੇ ਆਊਗਾ ਤਾਂ ਵਾਲ ਦੇ ਫੇਲ ਹੋਣ ਦੇ ਚਾਂਸਸ ਵੀ ਬਾਟਮ ਤੋਂ ਹੀ ਹੋਣਗੇ। ਇਹਦੇ ਬਾਰੇ ਆਪਾਂ ਅੱਗੇ ਡਿਟੇਲ 'ਚ ਪੜ੍ਹਦੇ ਹਾਂ। ਤਾਂ ਜਦੋਂ ਮੈਂ ਰਿਟੇਨਿੰਗ ਵਾਲ ਦੀ ਗੱਲ ਕਰ ਰਹੀ ਹਾਂ ਤਾਂ ਰਿਟੇਨਿੰਗ ਵਾਲ ਜਿਹੜਾ ਇਹਦੇ ਉੱਪਰ ਪ੍ਰੈਸ਼ਰ ਲਾ ਰਹੀ ਹੈ ਉਹਨੂੰ ਆਪਾਂ ਬੋਲਿਆ ਅਰਥ ਪ੍ਰੈਸ਼ਰ। ਤਾਂ ਹੁਣ ਜਿਹੜਾ ਇਹ ਅਰਥ ਪ੍ਰੈਸ਼ਰ ਹੈ ਇਹਨੂੰ ਆਪਾਂ ਦੋ ਕੈਟਾਗਰੀਜ਼ 'ਚ ਡਿਵਾਈਡ ਕਰ ਸਕਦੇ ਹਾਂ। ਕੈਟਾਗਰੀਜ਼ ਔਨ ਦਾ ਬੇਸਿਸ ਆਫ ਸਿੰਪਲ ਡਾਇਰੈਕਸ਼ਨ। ਜੇ ਮੈਂ ਗੱਲ ਕਰਾਂ ਇਹ ਜੇ ਇਕੱਲਾ ਜਿਹੜਾ ਅਰਥ ਪ੍ਰੈਸ਼ਰ ਹੁੰਦਾ, ਹੁਣ ਕੋਈ ਵੀ ਸੋਇਲ ਹੈ, ਕੋਈ ਵੀ ਸੋਇਲ ਮਾਸ ਹੈ, ਤਾਂ ਉਹ ਸੋਇਲ ਮਾਸ ਦੇ ਉੱਤੇ ਦੋ ਤਰ੍ਹਾਂ ਦੇ ਪ੍ਰੈਸ਼ਰਸ ਹੁੰਦੇ ਨੇ, ਇੱਕ ਤਾਂ ਵਰਟੀਕਲ ਤੇ ਇੱਕ ਹੌਰੀਜ਼ੌਂਟਲ। ਦੋ ਤਰੀਕਿਆਂ ਦੇ ਪ੍ਰੈਸ਼ਰਸ ਨੇ। ਤਾਂ ਹੁਣ ਜਿਹੜਾ ਵਰਟੀਕਲ ਪ੍ਰੈਸ਼ਰ ਹੋਊਗਾ ਉਹਨੂੰ ਆਪਾਂ ਸਿਗਮਾ 1 ਨਾਲ ਡਿਨੋਟ ਕਰਦੇ ਹਾਂ ਕਿਉਂਕਿ ਜ਼ਿਆਦਾ ਹੁੰਦੀ ਹੈ ਇਹਦੀ ਅਮਾਉਂਟ ਐਜ਼ ਕੰਪੇਅਰ ਟੂ ਹੌਰੀਜ਼ੌਂਟਲ ਪ੍ਰੈਸ਼ਰ ਨਾਲੋਂ। ਸਿਗਮਾ 3 ਇੱਥੇ ਆਪਣਾ ਹੌਰੀਜ਼ੌਂਟਲ ਪ੍ਰੈਸ਼ਰ ਹੈ। ਇਹ ਦੋਨੇ ਚੀਜ਼ਾਂ ਨੂੰ ਆਪਾਂ ਐਕਸਪਲੇਨ ਕੀਤਾ ਸੀ ਸ਼ੀਅਰ ਸਟਰੈਂਥ ਵਾਲੇ ਚੈਪਟਰ 'ਚ। ਜਿਨ੍ਹਾਂ ਬੱਚਿਆਂ ਨੇ ਹਾਲੇ ਤੱਕ ਉਹ ਵੀਡੀਓ ਨਹੀਂ ਦੇਖੀ ਉਹ ਜ਼ਰੂਰ ਦੇਖ ਲਿਓ। ਸਿਗਮਾ 1 ਆਪਾਂ ਇੱਥੇ ਮੇਜਰ ਪ੍ਰਿੰਸੀਪਲ ਸਟ੍ਰੈਸ ਨੂੰ ਬੋਲਦੇ ਹਾਂ, ਸਿਗਮਾ 3 ਮਾਈਨਰ ਪ੍ਰਿੰਸੀਪਲ ਸਟ੍ਰੈਸ ਨੂੰ। ਤਾਂ ਹੁਣ ਸੋਇਲ ਦੇ ਕੇਸ 'ਚ ਜਿਹੜੇ ਇਹ ਦੋ ਪ੍ਰੈਸ਼ਰਸ ਹੈ, ਸਿਗਮਾ 3 ਨੂੰ ਜੇ ਆਪਾਂ ਹੌਰੀਜ਼ੌਂਟਲ ਅਰਥ ਪ੍ਰੈਸ਼ਰ ਦੀ ਗੱਲ ਕਰੀਏ, ਵਰਟੀਕਲ ਅਰਥ ਆਪਾਂ ਨੂੰ ਪਤਾ ਹੀ ਹੈ ਵੀ ਜਾਂ ਤਾਂ ਵੇਟ ਕਰਕੇ ਐਕਟ ਕਰੂਗਾ ਜਾਂ ਕੋਈ ਉੱਪਰ ਜਿਹੜੀ ਬਿਲਡਿੰਗ ਐਕਟ ਕਰ ਰਹੀ ਹੋਊਗੀ, ਕੋਈ ਸਟਰਕਚਰ ਹੋਊਗੀ, ਉਹਦਾ ਲੋਡ ਕਰਕੇ ਸਿਗਮਾ 1 ਐਕਟ ਕਰੂਗਾ। ਜੇ ਆਪਾਂ ਹੌਰੀਜ਼ੌਂਟਲ ਦੀ ਗੱਲ ਕਰੀਏ ਵੀ ਹੌਰੀਜ਼ੌਂਟਲ ਪ੍ਰੈਸ਼ਰ ਕਿੱਥੋਂ ਆਊਗਾ, ਹੌਰੀਜ਼ੌਂਟਲ ਅਰਥ ਪ੍ਰੈਸ਼ਰ। ਹੁਣ ਜੇ ਮੈਂ ਇਸ ਵਾਲ ਦੀ ਗੱਲ ਕਰਾਂ ਤਾਂ ਇਸ ਵਾਲ ਦੇ ਕੇਸ ਜਿਹੜੀ ਸਾਈਡਾਂ ਉੱਪਰ ਸੋਇਲ ਹੈ, ਇਹ ਸੋਇਲ ਇਸ ਵਾਲ ਨੂੰ ਫੇਲ ਕਰਵਾਉਣ ਦੀ ਕੋਸ਼ਿਸ਼ ਕਰੂਗੀ। ਕਲੀਅਰ। ਹੌਰੀਜ਼ੌਂਟਲ ਪ੍ਰੈਸ਼ਰ ਜ਼ਿਆਦਾਤਰ ਇਸੇ ਇਦਾਂ ਦੇ ਕੇਸ 'ਚ ਹੀ ਦੇਖਣ ਨੂੰ ਮਿਲੂਗਾ ਜਦੋਂ ਆਪਾਂ ਨੂੰ ਇੱਕ ਸਾਈਡ ਤੇ ਸੋਇਲ ਹੋਵੇ ਤੇ ਸੋਇਲ ਨੂੰ ਕੋਈ ਹੋਰ ਸਟਰਕਚਰ, ਕੋਈ ਹੋਰ ਵਾਲ ਫੇਸ ਕਰ ਰਹੀ ਹੋਵੇ। ਤਾਂ ਹੁਣ ਜਦੋਂ ਆਪਾਂ ਹੌਰੀਜ਼ੌਂਟਲ ਅਰਥ ਪ੍ਰੈਸ਼ਰ ਦੀ ਗੱਲ ਕਰਦੇ ਹਾਂ ਤਾਂ ਇਹਦੇ ਕੇਸ 'ਚ ਜਦੋਂ ਅਰਥ ਪ੍ਰੈਸ਼ਰ ਲਗਾਊਗੀ ਸੋਇਲ ਦੇ ਉੱਪਰ ਤਾਂ ਤਿੰਨ ਕੇਸਿਸ ਹੋ ਸਕਦੇ ਆ। ਜਾਂ ਤਾਂ ਸੋਇਲ ਦੇ ਪ੍ਰੈਸ਼ਰ ਦਾ ਵਾਲ ਉੱਪਰ ਕੋਈ ਫਰਕ ਨਾ ਪਵੇ, ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਸੋਇਲ
इस वॉल ਨੂੰ ਸਟੇਸ਼ਨਰੀ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ, ਸਟੇਬਲ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਰੇ ਕਹਿਣ ਦਾ ਕੀ ਮਤਲਬ ਹੈ, ਹੁਣ ਜਦੋਂ ਵॉल ਇਹਦੇ ਉੱਪਰ ਪ੍ਰੈਸ਼ਰ ਲਗਾਊਗੀ ਤਾਂ ਵॉल ਕੀ ਕਰ ਸਕਦੀ ਹੈ, ਜਾਂ ਤਾਂ ਉਸੇ ਥਾਂ ਦੇ ਉੱਪਰ ਸਟੇਸ਼ਨਰੀ ਰਵੇ, ਰੈਸਟ ਕੰਡੀਸ਼ਨ ਤੇ ਰਵੇ, ਜਾਂ ਮੂਵ ਕਰੂਗੀ ਟੁਵਾਰਡਸ ਸੋਇਲ, ਜਾਂ ਤਾਂ ਮੂਵ ਕਰ ਸਕਦੀ ਹੈ ਵॉल ਟੁਵਾਰਡਸ ਸੋਇਲ, ਜੇਕਰ ਆਪਾਂ ਇੱਥੇ ਲਿਖ ਲਈਏ ਵੀ ਮੂਵ ਕਰਦੀ ਹੈ ਟੁਵਾਰਡਸ ਸੋਇਲ, ਜਾਂ ਕਰ ਸਕਦੀ ਹੈ ਮੂਵ ਅਵੇ ਫਰੋਮ ਸੋਇਲ। ਜਿਹੜੀ ਆਪਣੀ ਵॉल ਉੱਪਰ ਪ੍ਰੈਸ਼ਰ ਲੱਗ ਰਹੀ ਹੈ ਤਾਂ ਉਸ ਵॉल ਕੋਲੇ ਤਿੰਨ ਚੋਇਸਿਸ ਨੇ ਪ੍ਰੈਸ਼ਰ ਲੱਗਣ ਤੋਂ ਬਾਅਦ, ਜਾਂ ਤਾਂ ਜਿਸ ਪੋਜੀਸ਼ਨ ਤੇ ਹੈਗੀ ਉਸੇ ਪੋਜੀਸ਼ਨ ਤੇ ਟਿਕੀ ਰਵੇ ਯਾਨੀ ਕਿ ਰੈਸਟ ਕੰਡੀਸ਼ਨ, ਜਾਂ ਵॉल ਸੋਇਲ ਤੋਂ ਪਰਾਂ ਮੂਵ ਕਰ ਜੇ, ਜਾਂ ਵॉल ਸੋਇਲ ਦੀ ਤਰਫ ਮੂਵ ਕਰ ਜੇ। ਕਲੀਅਰ? ਤਾਂ ਜੇ ਆਪਾਂ ਰੈਸਟ ਦੀ ਗੱਲ ਕਰੀਏ, ਰੈਸਟ ਵਾਲੇ ਕੇਸ 'ਚ ਜਿਹੜਾ ਆਪਣਾ ਪ੍ਰੈਸ਼ਰ ਐਕਟ ਕਰੂਗਾ that pressure is known as rest pressure। ਸੋਇਲ ਦਾ ਉਹ ਪ੍ਰੈਸ਼ਰ ਜਿਹੜਾ ਕਿ ਇਸ ਵॉल ਨੂੰ ਕਿਸੇ ਪਾਸੇ ਮੂਵ ਕਰਵਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ, ਬਸ ਪ੍ਰੈਸ਼ਰ ਐਕਟ ਕਰ ਰਿਹਾ ਹੈ ਪਰ ਵॉल ਆਪਣੀ ਥਾਂ ਉੱਪਰ ਸਟੇਸ਼ਨਰੀ ਰਹਿ ਰਹੀ ਹੈ ਡਿਊ ਟੂ ਰਿਜ਼ਲਟ ਆਫ that pressure is known as rest pressure। ਤਾਂ rest pressure ਤੋਂ ਬਾਅਦ ਸੈਕੰਡ ਕੇਸ ਆ ਗਿਆ moves towards soil। ਜਿਹੜੇ ਪ੍ਰੈਸ਼ਰ ਕਰਕੇ वॉल ਸੋਇਲ ਦੀ ਤਰਫ ਮੂਵ ਕਰਦੀ ਹੈ, ਯਾਨੀ ਕਿ ਜਾਂ ਆਪਾਂ ਇਹ ਕਹਿ ਸਕਦੇ ਹਾਂ ਜਿਹੜੇ ਪ੍ਰੈਸ਼ਰ ਨਾਲ ਸੋਇਲ ਵॉल ਨੂੰ ਆਪਣੀ ਤਰਫ ਖਿੱਚ ਰਹੀ ਹੈ, ਆਪਣੀ ਤਰਫ ਅਟਰੈਕਟ ਕਰ ਰਹੀ ਹੈ, that pressure is known as passive pressure। ਇਹਨੂੰ ਆਪਾਂ ਯਾਦ ਰੱਖਣ ਦੀ ਇੱਕ ਟ੍ਰਿਕ ਬਣਾ ਸਕਦੇ ਹਾਂ, ਪਾਸ ਮਤਲਬ ਪਾਸ ਬੁਲਾਉਣਾ, ਨੇੜੇ ਬੁਲਾਉਣਾ, ਤਾਂ ਪੈਸਿਵ ਤੋਂ ਯਾਦ ਰੱਖ ਸਕਦੇ ਹਾਂ ਵੀ ਪਾਸ, ਜਿਹਦੇ ਨਾਲ ਦੋਨੇ ਚੀਜ਼ਾਂ ਨੇੜੇ ਮੂਵ ਕਰ ਰਹੀਆਂ ਨੇ, ਉਹ ਪੈਸਿਵ ਪ੍ਰੈਸ਼ਰ ਹੈ। ਤਾਂ ਪੈਸਿਵ ਪ੍ਰੈਸ਼ਰ ਕਿਹੜਾ ਹੋਊਗਾ, ਜਿਹੜੇ ਪ੍ਰੈਸ਼ਰ ਨਾਲ ਵॉल ਤੇ ਸੋਇਲ ਇੱਕ ਦੂਜੇ ਤਰਫ ਮੂਵ ਕਰ ਰਹੀਆਂ ਨੇ, that is ਪੈਸਿਵ ਪ੍ਰੈਸ਼ਰ। ਮੂਵ ਅਵੇ ਫਰੋਮ ਸੋਇਲ ਮਤਲਬ ਜਿਹੜਾ ਪ੍ਰੈਸ਼ਰ ਇਸ ਵॉल ਨੂੰ ਉਸ ਤੋਂ ਪਰਾਂ ਪੁਸ਼ ਕਰੂਗਾ, ਯਾਨੀ ਕਿ ਲਾਈਕ ਦਿਸ ਪਰਾਂ ਪੁਸ਼ ਕਰੂਗਾ, ਉਹਨੂੰ ਕੀ ਬੋਲਾਂਗੇ ਆਪਾਂ, ਐਕਟਿਵ ਪ੍ਰੈਸ਼ਰ। ਐਕਟਿਵ ਪ੍ਰੈਸ਼ਰ। ਹੁਣ ਜੇ ਆਪਾਂ ਇਹਨਾਂ ਤਿੰਨੇ ਪ੍ਰੈਸ਼ਰਸ ਦੀ ਗੱਲ ਕਰੀਏ, ਤਿੰਨੇ ਪ੍ਰੈਸ਼ਰਸ ਨੂੰ ਕੰਪੇਅਰ ਕਰੀਏ ਵੀ ਕਿਹੜਾ ਪ੍ਰੈਸ਼ਰ ਆਪਣਾ ਫੇਲਿਅਰ ਕੇਸ ਬਣ ਸਕਦਾ ਹੈ। ਜੇ ਮੈਂ ਰੈਸਟ ਪ੍ਰੈਸ਼ਰ ਦੀ ਗੱਲ ਕਰਾਂ, ਰੈਸਟ ਪ੍ਰੈਸ਼ਰ 'ਚ ਵॉल ਮੂਵ ਹੀ ਨਹੀਂ ਕਰ ਰਹੀ, ਜੇ ਵॉल ਮੂਵ ਹੀ ਨਹੀਂ ਕਰ ਰਹੀ ਤਾਂ ਬਹੁਤ ਘੱਟ ਚਾਂਸਸ ਹੈ ਵੀ ਵॉल ਫੇਲ ਕਰੂਗੀ, ਤਾਂ ਯਾਨੀ ਕਿ ਰੈਸਟ ਪ੍ਰੈਸ਼ਰ ਆਪਾਂ ਨੂੰ ਇਹਨਾਂ ਤੰਗ ਨਹੀਂ ਕਰੂਗਾ। ਜੇ ਮੈਂ ਪੈਸਿਵ ਪ੍ਰੈਸ਼ਰ ਦੀ ਗੱਲ ਕਰਾਂ, ਹੁਣ ਪੈਸਿਵ ਪ੍ਰੈਸ਼ਰ ਦੇ ਕੇਸ 'ਚ ਵॉल ਸੋਇਲ ਦੀ ਤਰਫ ਮੂਵ ਕਰ ਰਹੀ ਹੈ, ਯਾਨੀ ਕਿ ਸੋਇਲ ਵੀ ਸਪੋਰਟ ਦਊਗੀ ਤੇ ਵॉल ਵੀ ਸਪੋਰਟ ਦਊਗੀ, ਤਾਂ ਆਪਣੀ ਵॉल ਫੇਲ ਨਹੀਂ ਕਰੂਗੀ। ਤਾਂ ਪੈਸਿਵ ਪ੍ਰੈਸ਼ਰ ਵੀ ਆਪਣੀ ਵॉल ਨੂੰ ਇੱਕ ਤਰੀਕੇ ਨਾਲ ਹੈਲਪ ਕਰ ਰਿਹਾ ਹੈ। ਬਟ ਜੇ ਮੈਂ ਐਕਟਿਵ ਪ੍ਰੈਸ਼ਰ ਦੀ ਗੱਲ ਕਰਾਂ, ਐਕਟਿਵ ਪ੍ਰੈਸ਼ਰ ਮੇਰੀ ਵॉल ਨੂੰ ਪਰਾਂ ਨੂੰ ਮੂਵ ਕਰਵਾ ਰਿਹਾ ਹੈ, ਇੱਕ ਸਾਈਡ ਤੇ ਮੂਵ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਤਾਂ ਇਨ ਦੈਟ ਕੇਸ ਜਦੋਂ ਇਸ ਵॉल ਨੂੰ ਸਾਈਡ ਤੇ ਮੂਵ ਕਰਵਾਉਣ ਦੀ ਕੋਸ਼ਿਸ਼ ਕਰੂਗਾ ਤਾਂ ਉਸ ਕੇਸ 'ਚ ਮੇਰੀ ਵॉल ਦੇ ਫੇਲ ਕਰਨ ਦੇ ਚਾਂਸਸ ਇਨਕਰੀਜ਼ ਕਰਦੇ ਆ। ਇਨ ਦੈਟ ਕੇਸ ਵॉल ਦੇ ਫੇਲ ਕਰਨ ਦੀ ਟੈਂਡੈਂਸੀ ਇਨਕਰੀਜ਼ ਹੁੰਦੀ ਹੈ, ਯਾਨੀ ਕਿ ਐਕਟਿਵ ਪ੍ਰੈਸ਼ਰ ਵਾਲਾ ਜਿਹੜਾ ਕੇਸ ਹੋਊਗਾ ਆਪਣਾ ਫੇਲਿਅਰ ਕੇਸ ਬਣ ਸਕਦਾ ਹੈ ਇਨ ਦਿਸ ਕੇਸ। ਹੁਣ ਜੇ ਆਪਾਂ ਰੈਸਟ ਪ੍ਰੈਸ਼ਰ ਦੀ ਗੱਲ ਕਰੀਏ ਤਾਂ ਹੁਣ ਆਪਾਂ ਸਿਗਮਾ 3 ਕੱਢਣਾ ਹੈ, ਤਾਂ ਇਹ ਸਾਰੇ ਹੌਰੀਜ਼ੌਂਟਲ ਪ੍ਰੈਸ਼ਰਸ ਹੀ ਨੇ। ਤਾਂ ਜਦੋਂ ਮੈਂ ਸਿਗਮਾ 3 ਕੱਢਣਾ ਹੈ ਇਨ ਕੇਸ ਆਫ ਰੈਸਟ ਪ੍ਰੈਸ਼ਰ, ਤਾਂ ਇਹ ਸਿਗਮਾ 1 ਤੇ ਡਿਪੈਂਡ ਕਰਦਾ ਹੈ ਹਮੇਸ਼ਾ। ਹੌਰੀਜ਼ੌਂਟਲ ਪ੍ਰੈਸ਼ਰ ਸੋਇਲ ਦਾ ਹਰ ਵਾਰੀ ਸਿਗਮਾ 1 ਤੇ ਡਿਪੈਂਡ ਕਰਦਾ ਹੈ ਹਰ ਕੇਸ, that is k naught times sigma। k naught ਕੋਈ ਵੀ ਇੱਕ ਕਾਂਸਟੈਂਟ ਹੈ, ਇਹ ਕਾਂਸਟੈਂਟ ਦੀ ਵੈਲਿਊ ਕਿੰਨੀ ਹੁੰਦੀ ਹੈ ਆਪਾਂ ਅੱਗੇ ਦੇਖਦੇ ਹਾਂ। k naught ਨੂੰ ਇੱਥੇ ਬੋਲਦੇ ਆ ਰੈਸਟ ਪ੍ਰੈਸ਼ਰ ਕੋਐਫੀਸ਼ੀਐਂਟ, ਕਿਉਂਕਿ ਇਹ ਰੈਸਟ ਪ੍ਰੈਸ਼ਰ ਦੇ ਲਈ ਯੂਜ਼ ਹੋ ਰਿਹਾ ਤਾਂ ਇਹਨੂੰ ਬੋਲਤਾ ਰੈਸਟ ਪ੍ਰੈਸ਼ਰ ਕੋਐਫੀਸ਼ੀਐਂਟ। sigma 3 is equal to k naught sigma 1। Similarly in case of passive ਕੀ ਹੋਊਗਾ, sigma 3 ਦੇ ਕੇਸ 'ਚ ਆਪਣਾ ਕਾਂਸਟੈਂਟ ਚੇਂਜ ਹੋ ਕੇ kp ਬਣ ਜਾਊਗਾ। sigma 1 ਇਹਨੂੰ ਬੋਲ ਦਾਂਗੇ ਪੈਸਿਵ ਅਰਥ ਪ੍ਰੈਸ਼ਰ ਕੋਐਫੀਸ਼ੀਐਂਟ। ਜੇ ਮੈਂ ਐਕਟਿਵ ਪ੍ਰੈਸ਼ਰ ਦੇ ਕੇਸ 'ਚ ਗੱਲ ਕਰਾਂ ਤਾਂ sigma 3 ਕਾਦੇ ਬਰਾਬਰ ਆ ਜਾਊਗਾ, ka sigma 1। ਤਾਂ ਇਹਨੂੰ ਕੀ ਬੋਲ ਦਾਂਗੇ ਐਕਟਿਵ ਅਰਥ ਪ੍ਰੈਸ਼ਰ ਕੋਐਫੀਸ਼ੀਐਂਟ। ਕਲੀਅਰ? ਤਾਂ ਹੁਣ ਇਹਨਾਂ ਤਿੰਨਾਂ ਦੇ ਵਿੱਚੋਂ ਆਪਾਂ ਕੀ ਦੇਖਿਆ, ਰੈਸਟ ਪ੍ਰੈਸ਼ਰ, ਪੈਸਿਵ ਪ੍ਰੈਸ਼ਰ ਤੇ ਐਕਟਿਵ ਪ੍ਰੈਸ਼ਰ। ਰੈਸਟ ਪ੍ਰੈਸ਼ਰ ਜਦੋਂ ਵॉल ਮੂਵ ਨਹੀਂ ਕਰਦੀ, ਐਕਟਿਵ ਪ੍ਰੈਸ਼ਰ ਵॉल ਦੇ ਵਿੱਚ ਕੋਈ ਰਿਲੇਟਿਵ ਮੋਸ਼ਨ ਆ ਸਕਦੀ ਹੈ। ਜਦੋਂ ਪੈਸਿਵ ਪ੍ਰੈਸ਼ਰ ਦੇ ਵਿੱਚ ਮੋਸ਼ਨ ਕੀ ਹੋਊਗੀ, ਟੁਵਾਰਡਸ ਸੋਇਲ, ਤੇ ਐਕਟਿਵ ਪ੍ਰੈਸ਼ਰ ਦੇ ਵਿੱਚ ਮੋਸ਼ਨ ਕੀ ਹੋਊਗੀ, ਅਵੇ ਫਰੋਮ ਸੋਇਲ।
ਹੁਣ ਆਪਾਂ ਦੇਖਦੇ ਹਾਂ ਵੀ ਇਹਨਾਂ ਦੀਆਂ ਵੈਲਿਊਜ਼ ਕਿੰਨੀਆਂ ਹੋ ਸਕਦੀਆਂ ਨੇ। ਦੇਖੋ ਸਭ ਤੋਂ ਪਹਿਲਾਂ ਜੇ ਆਪਾਂ ਰੈਸਟ ਪ੍ਰੈਸ਼ਰ ਕੋਐਫੀਸ਼ੀਐਂਟ ਦੀ ਗੱਲ ਕਰੀਏ ਤਾਂ ਜਿਹੜਾ ਇਹ ਰੈਸਟ ਪ੍ਰੈਸ਼ਰ ਕੋਐਫੀਸ਼ੀਐਂਟ ਹੁੰਦਾ ਹੈ ਯਾਨੀ ਕਿ ਨੌ, ਇਹਨੂੰ ਕੈਲਕੂਲੇਟ ਕਰਨ ਦੇ ਲਈ ਆਪਾਂ ਇੱਕ ਰਿਲੇਸ਼ਨ ਯੂਜ਼ ਕਰਦੇ ਹਾਂ ਮਿਊ ਓਵਰ 1 ਮਾਈਨਸ, here mu is Poisson's ratio, constant ਹੁੰਦਾ ਹੈ ਮਟੀਰੀਅਲ ਟੂ ਮਟੀਰੀਅਲ, ਸੋਇਲ ਦੀ ਪੋਇਜ਼ਨ ਰੇਸ਼ੋ ਦੀ ਗੱਲ ਕਰ ਰਹੇ ਹਾਂ ਇੱਥੇ ਆਪਾਂ, ਮਿਊ ਪੋਇਜ਼ਨ ਰੇਸ਼ੋ ਹੁੰਦੀ ਹੈ। ਤਾਂ k0 ਜਿਵੇਂ ਆਪਾਂ ਦੇਖ ਸਕਦੇ ਹਾਂ ਮਿਊ ਜੇ ਕਾਂਸਟੈਂਟ ਹੋਊਗਾ ਤਾਂ k0 ਦੀ ਵੈਲਿਊ ਵੀ ਕੀ ਹੋਊਗੀ, ਕਾਂਸਟੈਂਟ ਹੋਊਗੀ ਫॉर ਅ ਪਾਰਟਿਕੂਲਰ ਸੋਇਲ। ਕਲੀਅਰ? ਤਾਂ ਹੁਣ ਸਿਗਮਾ 1 ਆਪਾਂ ਜਿਹੜਾ ਵਰਟੀਕਲ ਪ੍ਰੈਸ਼ਰ ਲਿਖਿਆ ਸੀ, ਤਾਂ ਜੇ ਮੈਂ ਸੋਇਲ ਦੇ ਕੇਸ 'ਚ ਵਰਟੀਕਲ ਪ੍ਰੈਸ਼ਰ ਦੀ ਗੱਲ ਕਰਾਂ, ਜਿਵੇਂ ਆ ਮੇਰੀ ਕੋਈ ਵਾਲ ਹੈ, ਇਹਦੀ ਇੱਧਰਲੀ ਸਾਈਡ ਦੇ ਉੱਪਰ ਸੋਇਲ ਹੈ, ਆ ਸਾਰੀ ਸੋਇਲ ਹੈ, ਤਾਂ ਹੁਣ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਆਹ ਵਾਲਾ ਜਿਹੜਾ, ਜੇ ਮੈਂ ਟੋਟਲ ਹਾਈਟ ਆਫ ਵਾਲ h ਲੈ ਲਾਂ, h ਲੈ ਲਈਏ, ਤਾਂ ਆਪਾਂ ਕਹਿ ਸਕਦੇ ਹਾਂ ਵੀ ਟੋਟਲ ਸਿਗਮਾ 1 ਕਿੰਨਾ ਹੋ ਜਾਊਗਾ, weight ਆਫ ਸੋਇਲ ਦੇ ਬਰਾਬਰ ਹੋਊਗਾ। ਤਾਂ ਸਿਗਮਾ 1 ਇਜ਼ ਇਕੁਅਲ ਟੂ ਕੀ ਆ ਜਾਊਗਾ, ਗਾਮਾ ਸੋਇਲ ਇਨਟੂ h। ਸਿਗਮਾ 1 ਦੀ ਵੈਲਿਊ ਕਾਹਦੇ ਬਰਾਬਰ ਹੋਊਗੀ, ਗਾਮਾ ਸੋਇਲ ਇਨਟੂ h, ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ। ਤਾਂ ਜਿਹੜਾ ਆਪਣਾ ਲੇਟਰਲ ਅਰਥ ਪ੍ਰੈਸ਼ਰ ਕਿਵੇਂ ਕੱਢਾਂਗੇ, ਸਿਗਮਾ 3 ਕਾਹਦੇ ਬਰਾਬਰ ਆ ਜਾਊਗਾ, k0 into sigma 1, that is mu over 1 minus mu into gamma soil into h। ਤਾਂ ਇਹ ਆਪਣਾ ਰਿਲੇਸ਼ਨ ਹੋ ਗਿਆ ਇਨ ਕੇਸ ਆਫ ਰੈਸਟ ਦੇ ਕੇਸ ਜੇ ਆਪਾਂ ਰੈਸਟ ਪ੍ਰੈਸ਼ਰ ਦੀ ਗੱਲ ਕਰੀਏ। ਤਾਂ ਇਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਐਕਟਿਵ ਐਂਡ ਪੈਸਿਵ ਅਰਥ ਪ੍ਰੈਸ਼ਰ ਦੀ, ਜੇ ਆਪਾਂ ਪਹਿਲਾਂ ਐਕਟਿਵ ਅਰਥ ਪ੍ਰੈਸ਼ਰ ਦੇਖੀਏ, ਤਾਂ ਹੁਣ ਜੇ ਆਪਾਂ ਐਕਟਿਵ ਅਰਥ ਪ੍ਰੈਸ਼ਰ ਦੇਖਣਾ ਹੈ ਤਾਂ ਆਪਾਂ ਨੂੰ ਪਤਾ ਸੀ ਕਿ ਇਸ ਕੇਸ ਦੇ ਵਿੱਚ ਸੋਇਲ ਪਰਾਂ ਮੂਵ ਕਰਦੀ ਹੈ, ਕਿਸ ਤੋਂ, ਆਪਣੀ ਵਾਲ ਤੋਂ। ਕਲੀਅਰ? ਜਾਂ ਇਹ ਕਹਿ ਸਕਦੇ ਹਾਂ ਵੀ ਵਾਲ ਸੋਇਲ ਤੋਂ ਪਰਾਂ ਮੂਵ ਕਰਦੇ, ਉਹਨਾਂ ਦੇ ਵਿੱਚ ਰਿਲੇਟਿਵ ਮੋਸ਼ਨ ਆਪੋਜ਼ਿਟ ਹੁੰਦੀ ਹੈ। ਤਾਂ ਹੁਣ ਜੇ ਆਪਾਂ ਐਕਟਿਵ ਅਰਥ ਪ੍ਰੈਸ਼ਰ ਦੀ ਗੱਲ ਕਰੀਏ, ਇਸ ਤੋਂ ਪਹਿਲਾਂ ਆਪਾਂ ਇੱਕ ਪੁਰਾਣੀ ਇਕੁਏਸ਼ਨ ਨੂੰ ਰਿਵਾਈਜ਼ ਕਰਦੇ ਹਾਂ। ਉਸ ਇਕੁਏਸ਼ਨ ਦੇ ਵਿੱਚ ਆਪਾਂ ਕੀ ਪੜਿਆ ਸੀ, ਸਿਗਮਾ 1 ਇਜ਼ ਇਕੁਅਲ ਟੂ ਸਿਗਮਾ 3 tan square 45 plus 5/2 into plus 2c tan 45 plus 5/2। ਆਪਾਂ ਇਹ ਇਕੁਏਸ਼ਨ ਪੜ੍ਹੀ ਸੀ। ਇਸੇ ਇਕੁਏਸ਼ਨ ਦੇ ਵਿੱਚ ਆਪਾਂ ਇਸ ਕਾਂਸਟੈਂਟ ਨੂੰ n5 ਪੁੱਟ ਕਰ ਰਿਹਾ ਸੀਗਾ, ਤਾਂ ਉੱਥੋਂ ਆਪਣੇ ਕੋਲ ਰਿਲੇਸ਼ਨਸ ਬਣੇ ਸੀਗੇ। ਤਾਂ ਹੁਣ ਇਹਨਾਂ ਹੀ ਰਿਲੇਸ਼ਨਸ ਨੂੰ ਦੇ ਵਿੱਚੋਂ ਆਪਾਂ ਜੇ ਸਿਗਮਾ 3 ਦੀ ਵੈਲਿਊ ਕੱਢਣੀ ਚਾਹੀਏ ਤਾਂ ਸਿਗਮਾ 3 ਦੀ ਵੈਲਿਊ ਕਿਵੇਂ ਨਿਕਲੂਗੀ, ਤਾਂ ਇੱਥੋਂ ਆਪਾਂ ਲਿਖ ਸਕਦੇ ਹਾਂ ਸਿਗਮਾ 1 ਮਾਈਨਸ 2c tan 45 plus 5/2, ਆਵਲੇ ਇੱਧਰ ਆ ਕੇ ਮਾਈਨਸ ਹੋ ਗਏ, ਇਜ਼ ਇਕੁਅਲ ਟੂ ਸਿਗਮਾ 3 into tan square 45 plus 5/2। ਕਲੀਅਰ? ਤਾਂ ਹੁਣ ਇੱਥੋਂ ਮੈਂ ਕੀ ਕਹਿ ਸਕਦਾ, ਜੇ ਮੈਂ ਹੁਣ ਇੱਧਰ ਇਸ ਕਾਂਸਟੈਂਟ ਨੂੰ ਇੱਧਰ ਲੈ ਕੇ ਡਿਵਾਈਡ ਕਰਦਾ ਤਾਂ ਆਹ ਚੀਜ਼ ਕੈਂਸਲ ਆਊਟ ਹੋ ਜਾਏਗੀ, ਇੱਧਰ ਕੀ ਰਹਿ ਜਾਏਗਾ, ਸਿਗਮਾ 1 ਓਵਰ tan square 45 plus 5/2 ਮਾਈਨਸ, ਹੁਣ ਇੱਥੇ ਇੱਕ ਰਹਿ ਜਾਏਗਾ 2c ਓਵਰ, ਇਹਦੀ ਪਾਵਰ 2 ਹੈ, ਇਹਦੀ ਪਾਵਰ 1 ਹੈ, ਤਾਂ ਇੱਕ ਪਾਵਰ ਕੈਂਸਲ ਹੋ ਜਾਏਗੀ, ਨੀਚੇ ਕੀ ਰਹਿ ਜਾਏਗਾ tan 45 plus 5/2 is equal to ਕੀ ਰਹਿ ਗਿਆ, ਸਿਗਮਾ 3। ਆਪਾਂ ਇਹ ਰਿਲੇਸ਼ਨਸ ਪਹਿਲਾਂ ਪੜ੍ਹ ਚੁੱਕੇ ਹਾਂ। ਤਾਂ ਹੁਣ ਇਹਨਾਂ ਰਿਲੇਸ਼ਨਸ ਨੂੰ ਆਪਾਂ ਟ੍ਰਿਗਨੋਮੈਟ੍ਰਿਕਲੀ ਥੋੜਾ ਜਿਹਾ ਮੋਡੀਫਾਈ ਕਰਦੇ ਹਾਂ। ਟ੍ਰਿਗਨੋਮੈਟਰੀ ਕੀ ਕਹਿੰਦੀ ਹੈ, ਜੇ ਤੁਹਾਡੇ ਕੋਲੇ tan ਦਾ ਸਕੁਅਰ ਚ ਫਿਨੋਮੀਨਾ ਹੋਵੇ ਤਾਂ tan ਦੇ ਸਕੁਅਰ ਵਾਲੇ ਫਿਨੋਮੀਨੇ ਦੇ ਵਿੱਚ ਜੇ 45 ਪਲੱਸ ਵਾਲਾ ਐਂਗਲ ਹੋਵੇ ਤਾਂ ਇਨਵਰਸ ਚ ਆ ਜਾਏ, ਤਾਂ ਉਹਨੂੰ ਉੱਪਰ ਲੈ ਕੇ ਜਾਣ ਦੇ ਲਈ ਜਿਹੜਾ ਵਿੱਚ ਪਲੱਸ ਵਾਲਾ ਸਾਈਨ ਹੁੰਦਾ ਉਹ ਮਾਈਨਸ ਚ ਕਨਵਰਟ ਹੋ ਜਾਂਦਾ। ਟ੍ਰਿਗਨੋਮੈਟ੍ਰਿਕ ਪ੍ਰੋਪਰਟੀ ਜੇ ਆਪਾਂ ਇਹ ਯੂਜ਼ ਕਰਦੇ ਹਾਂ ਤਾਂ ਸਿਗਮਾ 1 ਇਨਟੂ ਇੱਥੇ ਸਿੰਪਲੀ ਕੀ ਆ ਜਾਏਗਾ tan ਸਕੁਅਰ 45 ਮਾਈਨਸ 5/2। ਹੁਣ ਇੱਧਰ ਵੀ ਜੇ ਮੈਂ ਇਹਨੂੰ ਐਦਾਂ ਲਿਖ ਲਾਂ, ਸਾਰੇ ਦਾ ਸਕੁਅਰ ਪਾ ਕੇ ਬਾਅਦ ਇਹਦਾ ਅੰਡਰ ਰੂਟ ਲਿਖ ਲਈਏ, ਲਿਖ ਸਕਦੇ ਹਾਂ ਇਸ ਤਰੀਕੇ ਨਾਲ। ਤਾਂ ਹੁਣ ਇਹ ਕੀ ਹੋ ਜਾਊਗਾ, ਇਹ ਵੀ ਉੱਪਰ ਜਾ ਕੇ ਉਸੇ ਤਰੀਕੇ ਨਾਲ ਪਾਵਰ 1/2 ਰਹਿ ਜਾਊਗੀ, ਇਹ ਵੀ ਕਨਵਰਟ ਹੋ ਜਾਊਗਾ, ਯਾਨੀ ਕਿ 2c tan square 45 plus
5/2 ਇਹਦੀ ਪਾਵਰ ਕਿੰਨੀ ਰਹੂਗੀ 1/2 इज इक्वल टू की आ गया सिग्मा 3 tan स्क्वायर 45 माइनस 5/2 ਨੂੰ ਆਪਾਂ ਕਹਿੰਦੇ ਆ ka ਆਪਾਂ ਕੀ ਕਿਹਾ ਸੀਗਾ ਸਿਗਮਾ 3 ਕਾਦੇ ਬਰਾਬਰ ਹੋਊਗਾ ਸਿਗਮਾ 1 ਦੇ ਨਾਲ ਜਿਹੜਾ ਕਾਂਸਟੈਂਟ ਮਲਟੀਪਲਾਈ ਹੋ ਰਿਹਾ ਹੋਊਗਾ ਉਹੀ ਆਪਣਾ ka ਹੋਊਗਾ ਯਾਨੀ ਕਿ ਆਹ ਵਾਲੀ ਵੈਲਿਊ ਆਪਣੇ ਕੋਲ ਕਾਦੀ ਆ ਗਈ ka ਦੀ ਆ ਗਈ minus 2c under root ka is equal to sigma 3 this is basic equation of active earth pressure sigma 1 into ka minus 2c root ka ਇੱਥੇ ka ਦੀ ਵੈਲਿਊ ਕੀ ਹੈ tan square 45 minus 5/2 minus 2c tan square 45 plus 5/2 is equal to sigma 3 ਆ ਗਿਆ ਇਹ ਕਿਹਦਾ ਕੇਸ ਹੈ ਐਕਟਿਵ ਅਰਥ ਪ੍ਰੈਸ਼ਰ ਦਾ ਕੇਸ ਹੈ ਹੁਣ ਜੇ ਮੈਂ ਪੈਸਿਵ ਅਰਥ ਪ੍ਰੈਸ਼ਰ ਦਾ ਕੇਸ ਦੇਖੂੰਗਾ ਤਾਂ ਇਨ ਕੇਸ ਆਫ ਪੈਸਿਵ ਅਰਥ ਪ੍ਰੈਸ਼ਰ ਆਪਾਂ ਡਾਇਰੈਕਸ਼ਨਸ ਹੀ ਆਪੋਜ਼ਿਟ ਹੁੰਦੀਆਂ ਨੇ ਜੇ ਡਾਇਰੈਕਸ਼ਨ ਆਪੋਜ਼ਿਟ ਹੋਣਗੇ ਤਾਂ ਉਹਦੇ ਨਾਲ ਕੀ ਫਰਕ ਪਊਗਾ ਆਪਾਂ ਉਹ ਦੇਖਦੇ ਹਾਂ ਉਸ ਤੋਂ ਪਹਿਲਾਂ ਇਸ ਐਕਟਿਵ ਅਰਥ ਪ੍ਰੈਸ਼ਰ ਕੋਐਫੀਸ਼ੀਐਂਟ ਨੂੰ ਆਪਾਂ ਹੋਰ ਕਿਹੜੀਆਂ ਫਾਰਮਸ 'ਚ ਲਿਖ ਸਕਦੇ ਹਾਂ ਪਹਿਲਾਂ ਆਪਾਂ ਉਹਨਾਂ ਫਾਰਮਸ ਦੀ ਗੱਲ ਕਰਦੇ ਹਾਂ ਕਿ a ਦੀ ਜੇ ਮੈਂ ਵੈਲਿਊ ਨੂੰ ਸੈਕਿੰਡ ਹੋਰ ਫਾਰਮਸ ਦੇ ਵਿੱਚ ਲਿਖਾਂ ਤਾਂ ਇੱਥੇ ਆਪਣੇ ਕੋਲੇ ka ਦੀ ਵੈਲਿਊ ਆਈ ਹੈ tan square 45 minus 5/2 ਇਹਨੂੰ ਹੀ ਆਪਾਂ ਐਦਾਂ ਵੀ ਲਿਖ ਸਕਦੇ ਹਾਂ 1 minus sin phi over 1 plus sin phi ਇਹ ਟ੍ਰਿਗੋਨੋਮੈਟ੍ਰਿਕ ਪ੍ਰੋਪਰਟੀ ਹੈ 1 minus sin phi over 1 plus sin phi ਹੁਣ ਜੇ ਆਪਾਂ ਇਹ ਵਾਲੀ ਇਕੁਏਸ਼ਨ ਜਦੋਂ ਅਪਲਾਈ ਕੀਤੀ ਸੀ ਆਪਾਂ ਕੀ ਲਿਖਿਆ ਸੀਗਾ ਵੀ ਫੇਲਿਅਰ ਪਲੇਨ ਕਿੰਨੇ ਐਂਗਲ ਤੇ ਹੋ ਰਿਹਾ ਸੀਗਾ 45 plus 5/2 ਤੇ ਯਾਨੀ ਕਿ ਜਦੋਂ ਵੀ ਆਪਾਂ ਐਕਟਿਵ ਅਰਥ ਪ੍ਰੈਸ਼ਰ ਦੀ ਗੱਲ ਕਰਾਂਗੇ ਤਾਂ ਆਪਣਾ ਫੇਲਿਅਰ ਐਂਗਲ ਕਿੰਨਾ ਹੋਊਗਾ फेलियर एंगल हमेशा 45 plus 5/2 होगा इन केस ऑफ एक्टिव अर्थ प्रेशर जहां ਆਪਾਂ ਇਹ ਕਹਿ ਸਕਦੇ ਹਾਂ ਜੇ ਇੱਥੇ ਮਾਈਨਸ ਹੈ ਤਾਂ ਫੇਲਿਅਰ ਪਲੇਨ ਦੇ ਵਿੱਚ ਉਲਟ ਹੋਊਗਾ 45 plus 5/2 ਹੋਗਾ ਜੇ ਇੱਥੇ ਪਲੱਸ ਹੈ ਤਾਂ ਫੇਲਿਅਰ ਪਲੇਨ ਦੇ ਵਿੱਚ ਉਲਟ ਹੋਊਗਾ ਉਹਨੂੰ ਵੀ ਆਪਾਂ ਅੱਗੇ ਪ੍ਰੂਵ ਕਰਕੇ ਦੇਖਦੇ ਹਾਂ ਤਾਂ ਹੁਣ ka tan square 45 minus 5/2 ਜੇ ਇਹਨੂੰ ਯਾਦ ਰੱਖਣਾ ਹੋਵੇ ਤਾਂ ਜੇ ਇੱਥੇ ਮਾਈਨਸ ਹੈ ਤਾਂ ਇੱਥੇ ਵੀ ਮਾਈਨਸ ਉੱਪਰ ਹੋਊਗੀ ਨੀਚੇ ਪਲੱਸ ਹੋਊਗੀ ਤਾਂ ਜੇ ਇਸ ਕੋਐਫੀਸ਼ੀਐਂਟ ਦੀ ਮੈਂ ਵੈਲਿਊ ਦੇਖਾਂ ਤਾਂ ਇਹਨਾਂ ਦੀ ਰੇਸ਼ੋ ਦੀ ਵੈਲਿਊ ਹਮੇਸ਼ਾ ਲੈਸ ਦੈਨ 1 ਆਊਗੀ ਹਮੇਸ਼ਾ ਲੈਸ ਦੈਨ 1 ਆਊਗੀ ਜਾਂ ਜੇ phi 0 ਹੋ ਗਿਆ ਤਾਂ ਮੈਕਸਿਮਮਲੀ ਗ੍ਰੇਟਰ ਇਕੁਅਲ ਟੂ 1 ਆ ਸਕਦੀ ਤਾਂ ਲੈਸ ਦੈਨ অর ਇਕੁਅਲ ਟੂ 1 ਹੋਊਗੀ यानी कि जे सिग्मा 1 इज इक्वल टू के ए सिग्मा 3 है तो आप कह सकते हैं भी सिग्मा 1 सॉरी सिग्मा 3 इज इक्वल टू के ए इनटू सिग्मा 1 है तो आप कह सकते हैं भी हमेशा सिग्मा 1 जेड़ा है वो ग्रेटर देन और इक्वल टू होगा सिग्मा 3 तो यानी कि इन केस ऑफ एक्टिव अर्थ प्रेशर सिग्मा 3 कदे भी ग्रेटर देन नहीं हो सकता अपने वर्टिकल अर्थ प्रेशर तो क्लियर ਤਾਂ ਹੁਣ ਇਹਦੇ ਵਿੱਚ ਆਪਾਂ ਕੀ ਪੜਿਆ ਐਕਟਿਵ ਅਰਥ ਪ੍ਰੈਸ਼ਰ ਦੀ ਇੱਕ ਛੋਟੀ ਜਿਹੀ ਡੈਰੀਵੇਸ਼ਨ ਕੀਤੀ ਹੈ ਆਪਣੀਆਂ ਪਿਛਲੀਆਂ ਹੀ ਇਕੁਏਸ਼ਨਸ ਤੋਂ ਸਿਗਮਾ 1 ਤੇ ਸਿਗਮਾ 3 ਦੀਆਂ ਵੈਲਿਊਜ਼ ਤੋਂ ਆਪਾਂ ਇੱਕ ਰਿਲੇਸ਼ਨ ਬਣਾਇਆ ਜਿਹਦੇ ਵਿੱਚੋਂ ਆਪਣੇ ਕੋਲੇ ka ਦੀ ਇੱਕ ਵੈਲਿਊ ਆ ਗਈ ਤੇ ਇੱਕ ਵੈਲਿਊ ਆ ਗਈ ਇਨ 100% ਕੇਸਿਸ ਤੇ ਹੀ ਵੈਲਿਊ ਯੂਜ਼ ਹੋਊਗੀ 1 sin phi over 1 sin phi ਵਾਲੀ ਇਹਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਵੈਲਿਊ ਜਿਹੜੀ ਮੋਸਟਲੀ ਪੇਪਰ 'ਚ ਪੁੱਛੀ ਜਾਂਦੀ ਹੈ that is when phi is equal to 30 ਡਿਗਰੀ ਜਦੋਂ phi 30 ਡਿਗਰੀ ਹੋਊਗਾ ਉਦੋਂ ਇਹਦੀ ਵੈਲਿਊ ਕਿੰਨੀ ਆਉਂਦੀ ਹੈ ਤੁਸੀਂ ਆਰਾਮ ਨਾਲ ਕੈਲਕੂਲੇਟ ਕਰ ਸਕਦੇ ਹੋ sin phi ਦੀ ਜਾਂ sin 30 ਦੀ ਵੈਲਿਊ 0.5 ਹੁੰਦੀ ਹੈ ਤਾਂ 1 0.5 or 1 0.5 ਯਾਨੀ ਕਿ 1/3 ਬਣਦਾ ਤਾਂ ਇਹ ਮੋਸਟਲੀ ਆਸਕਡ ਵੈਲਿਊ ਹੈ ਪੇਪਰ ਦੇ ਵਿੱਚ ਸਿਗਮਾ 1 ਇਜ਼ ਗ੍ਰੇਟਰ ਦੈਨ অর ਇਕੁਅਲ ਟੂ ਸਿਗਮਾ 3 ਹਮੇਸ਼ਾ ਹੁਣ ਆਪਾਂ ਦੇਖਦੇ ਹਾਂ ਵੀ ਜੇ ਐਕਟਿਵ ਅਰਥ ਪ੍ਰੈਸ਼ਰ ਦੇ ਨਾਲੋਂ ਪੈਸਿਵ ਅਰਥ ਪ੍ਰੈਸ਼ਰ ਦਾ ਕੇਸ ਹੁੰਦਾ ਫਿਰ ਆਪਾਂ ਇਹਨੂੰ ਕਿਵੇਂ ਕਨਵਰਟ ਕਰਦੇ ਦੇਖੋ ਜਦੋਂ ਆਪਾਂ ਪੈਸਿਵ ਅਰਥ ਪ੍ਰੈਸ਼ਰ ਦੀ ਗੱਲ ਕਰਾਂਗੇ ਤਾਂ पैसिव अर्थ प्रेशर के केस च हर बार ਆਪਾਂ ਨੂੰ ਇੱਕ ਗੱਲ ਦਾ ਧਿਆਨ ਰੱਖਣਾ ਪਊਗਾ that is direction of motion ਇਸ ਕੇਸ ਦੇ ਵਿੱਚ ਵਾਲ ਤੇ ਜਿਹੜੀ ਆਪਣੀ ਸੋਇਲ ਹੁੰਦੀ ਹੈ ਦੋਨੇ ਇੱਕ ਦੂਜੇ ਤਰਫ ਮੂਵ ਕਰਦੇ ਯਾਨੀ ਕਿ ਰਿਲੇਟਿਵ ਮੋਸ਼ਨ ਪੋਜ਼ਿਟਿਵ ਹੁੰਦੀ ਹੈ ਤਾਂ ਹੁਣ ਜੇ ਆਪਾਂ ਪੈਸਿਵ ਅਰਥ ਪ੍ਰੈਸ਼ਰ ਦੀ ਗੱਲ ਕਰੀਏ ਤਾਂ ਇਸ ਕੇਸ ਦੇ ਵਿੱਚ ਜਿਹੜੀ ਮੋਸ਼ਨ ਹੈ ਉਹ ਉਲਟ ਹੋ ਰਹੀ ਹੈ ਐਕਟਿਵ ਅਰਥ ਪ੍ਰੈਸ਼ਰ ਨਾਲੋਂ ਤਾਂ ਇਹਨੂੰ ਆਪਾਂ ਰਿਮੈਂਬਰ ਰੱਖਣ ਲਈ ਕਹਿ ਸਕਦੇ ਹਾਂ ਵੀ ਜਿਵੇਂ ਕਿ a ਦੀ ਵੈਲਿਊ ਦੇ ਵਿੱਚ ਆਪਣਾ ਉੱਪਰ tan square 45 minus 5/2 ਆਇਆ ਸੀ ਇਹਦੇ ਕੇਸ ਦੇ ਵਿੱਚ ਫਾਰਮੂਲਾ ਹੁੰਦਾ tan square 45 plus 5/2 kp is equal to tan square 45 plus 5/2
इस केस ਦੇ ਵਿੱਚ ਜੇ ਆਪਾਂ ਰਿਲੇਸ਼ਨ ਦੇਖਣਾ ਹੋਵੇ ਜਿਵੇਂ ਇੱਧਰ ਆਪਣੀ ਲਾਸਟ ਇਕੁਏਸ਼ਨ ਬਣੀ ਸੀ that is sigma 3 is equal to sigma 1 into kp plus 2c into under root kp ਇੱਥੇ ਪਲੱਸ ਕਿਵੇਂ ਆ ਗਿਆ ਕੋਹੈਜ਼ਨ ਕੀ ਹੁੰਦਾ ਅਟਰੈਕਟਿਵ ਫੋਰਸ ਹੁੰਦੀ ਹੈ ਮੋਲੀਕਿਊਲਸ ਦਾ ਅਟਰੈਕਟ ਕਰਨਾ ਇੱਕ ਦੂਸਰੇ ਨੂੰ ਤਾਂ ਜਦੋਂ ਆਪਾਂ ਕੋਹੈਜ਼ਨ ਦੀ ਗੱਲ ਕਰਾਂਗੇ ਕੋਹੈਜ਼ਨ ਵੀ ਵਾਲ ਨੂੰ ਅਟਰੈਕਟ ਕਰੂਗਾ ਤਾਂ ਯਾਨੀ ਕਿ ਕੋਹੈਜ਼ਨ ਦੀ ਡਾਇਰੈਕਸ਼ਨ ਤੇ ਪੈਸਿਵ ਅਰਥ ਪ੍ਰੈਸ਼ਰ ਦੀ ਡਾਇਰੈਕਸ਼ਨ ਸੇਮ ਹੋਊਗੀ ਇਹ ਰੀਜ਼ਨ ਹੈ ਵੀ ਇੱਥੇ ਜਿਹੜਾ ਆਪਣਾ 2c ਇਹਦੇ ਮੂਹਰੇ ਜਿਹੜਾ ਸਾਈਨ ਕੀ ਹੋ ਗਿਆ ਪੋਜ਼ਿਟਿਵ ਹੋ ਗਿਆ ਬਟ ਇਨ ਕੇਸ ਆਫ ਐਕਟਿਵ ਅਰਥ ਪ੍ਰੈਸ਼ਰ ਜਿਹੜਾ ਆਪਾਂ ਇੱਥੇ ਕੋਹੈਜ਼ਨ ਹੈ ਕੋਹੈਜ਼ਨ ਵਾਲ ਨੂੰ ਆਪਣੀ ਤਰਫ ਅਟਰੈਕਟ ਕਰ ਰਿਹਾ ਜਦ ਕਿ ਐਕਟਿਵ ਅਰਥ ਪ੍ਰੈਸ਼ਰ ਦੀ ਡਾਇਰੈਕਸ਼ਨ ਕੀ ਹੈ ਅਵੇ ਫਰੋਮ ਦ ਸੋਇਲ ਹੈ ਤਾਂ ਕਰਕੇ ਉੱਥੇ ਇਸ ਦੇ ਵਿੱਚ ਕੀ ਬਣ ਰਿਹਾ ਸੀ ਮਾਈਨਸ ਬਣ ਰਿਹਾ ਸੀਗਾ ਤਾਂ ਆਟੋਮੈਟਿਕਲੀ ਇੱਥੇ ਵੀ ਕੀ ਹੋ ਗਿਆ ਹੁਣ ਪਲੱਸ ਹੋ ਗਿਆ ਸਿਗਮਾ 1 kp 2c √kp kp ਦੀ ਵੈਲਿਊ ਇੱਥੇ ਹੈਗੀ tan square 45 5/2 ਜਾਂ ਆਪਾਂ ਕੀ ਲਿਖ ਸਕਦੇ ਹਾਂ 1 sin 5 over 1 minus sin 5 ਕਲੀਅਰ ਆਪਾਂ ਕੀ ਪੜ੍ਹਦੇ ਹੁੰਦੇ ਸੀਗੇ ਵੀ ਸੋਇਲ ਜਦੋਂ ਵੀ ਸ਼ੀਅਰ ਦੇ ਵਿੱਚ ਫੇਲ ਕਰਦੀ ਹੈ ਸੋਇਲ ਜਦੋਂ ਵੀ ਸ਼ੀਅਰ 'ਚ ਫੇਲ ਕਰਦੀ ਹੈ ਉਹਦਾ ਐਂਗਲ ਕਿੱਥੋਂ ਲੈਣਾ ਹੁੰਦਾ ਆਪਾਂ ਫਰੋਮ ਦ ਮੇਜਰ ਪ੍ਰਿੰਸੀਪਲ ਐਕਸਿਸ ਇੱਥੇ ਸਿਗਮਾ 1 ਹੈ ਇੱਥੇ ਸਿਗਮਾ 3 ਹੈ ਫਰੋਮ ਦ ਮੇਜਰ ਪ੍ਰਿੰਸੀਪਲ ਐਕਸਿਸ ਉਹਦਾ ਐਂਗਲ 45 minus 5/2 45 plus 5/2 ਹੁੰਦਾ ਜਦੋਂ ਸੋਇਲ ਫੇਲ ਕਰਦੀ ਹੈ ਇਨ ਕੇਸ ਆਫ ਸ਼ੀਅਰ ਕਲੀਅਰ ਤਾਂ ਹੁਣ ਸੋਇਲ ਦਾ ਜਿਵੇਂ ਇਸ ਕੇਸ 'ਚ ਫੇਲਿਅਰ ਪਲੇਨ ਦੇਖਣਾ ਹੋਵੇ ਉਸ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਵੀ ਸਿਗਮਾ 1 ਤੇ ਸਿਗਮਾ 3 ਦੇ ਵਿੱਚੋਂ ਮੇਜਰ ਪ੍ਰਿੰਸੀਪਲ ਸਟ੍ਰੈਸ ਕਿਹੜਾ ਹੈ ਪਿਛਲੇ ਕੇਸ 'ਚ ਆਪਾਂ ਕੀ ਦੇਖਿਆ ਸੀਗਾ ਸਿਗਮਾ 3 ਹਮੇਸ਼ਾ ਛੋਟਾ ਰਹਿ ਰਿਹਾ ਸੀ ਸਿਗਮਾ 1 ਤੋਂ ਤਾਂ ਉੱਥੇ ਮੇਜਰ ਪ੍ਰਿੰਸੀਪਲ ਸਟ੍ਰੈਸ ਕਿਹੜਾ ਸੀਗਾ ਸਿਗਮਾ 1 ਯਾਨੀ ਕਿ ਐਂਗਲ ਵੀ ਕਿੱਥੋਂ ਆ ਗਿਆ ਆਟੋਮੈਟਿਕਲੀ ਵਰਟੀਕਲ ਪਲੇਨ ਤੋਂ ਆ ਗਿਆ ਕੋਈ ਰੋਟੇਸ਼ਨ ਚੇਂਜ ਨਹੀਂ ਹੋਈ ਇਸ ਕੇਸ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਹੁਣ ਜੇ ਮੈਂ ਇਸ ਕਾਂਸਟੈਂਟ ਦੀ ਗੱਲ ਕਰਾਂ ਇਹਦੀ ਵੈਲਿਊ ਹਮੇਸ਼ਾ ਗ੍ਰੇਟਰ ਦੈਨ অর ਇਕੁਅਲ ਟੂ 1 ਆਊਗੀ ਹਮੇਸ਼ਾ यानी कि जे सिग्मा 3 is equal to sigma 1 into kp है क्योंकि आता फिर भी कांस्टेंट ऐड हो रहेगा तो मैं कह सकता हूं भी sigma 3 हमेशा ग्रेटर देन और इक्वल टू होगा sigma 1 तो यानी कि मेरा मेजर प्रिंसिपल एक्सिस चेंज हो गया sigma 3 मेरा की बन गया मेजर एक्सिस बन गया ग्रेटर हो गई दी वैल्यू यानी कि जेड़ा मेरा फेलियर एंगल 45 plus 5/2 सी ये हम sigma 3 तो निकल के आ रहा है जे इथों एंगल 45 plus 5/2 निकल के आ रहा है तो एंगल फ्रॉम दिस साइड कितना हो जाएगा 90 minus 45 plus 5/2 या मैं तो कह सकता वैल्यू कितनी आ रही है 45 minus 5/2 ਆਪਾਂ ਇਸ ਨੋਟੇਸ਼ਨ ਨੂੰ ਕਿਉਂ ਕਨਵਰਟ ਕੀਤਾ ਹੈ ਕਿਉਂਕਿ ਹੁਣ ਤੱਕ ਆਪਾਂ ਜਿੰਨੀਆਂ ਵੀ ਆਹ ਨੋਟੇਸ਼ਨਸ ਲਿਖੀਆਂ ਨੇ ਐਂਗਲ ਦੀਆਂ ਸਾਰੀਆਂ ਫਰੋਮ ਮੇਜਰ ਪ੍ਰਿੰਸੀਪਲ ਐਕਸਿਸ ਲਿਖੀਆਂ ਨੇ ਤਾਂ ਇਸ ਕੇਸ ਦੇ ਵਿੱਚ ਵੀ ਆਪਣੀ ਨੋਟੇਸ਼ਨ ਮੇਜਰ ਪ੍ਰਿੰਸੀਪਲ ਐਕਸਿਸ ਤੋਂ ਹੀ ਰਹੇ ਇਸੇ ਕਰਕੇ ਆਪਾਂ ਇਸ ਨੂੰ ਚੇਂਜ ਕੀਤਾ ਹੈ ਜਦੋਂ ਆਪਾਂ ਐਕਟਿਵ ਅਰਥ ਪ੍ਰੈਸ਼ਰ ਦਾ ਕੇਸ ਦੇਖਿਆ ਸੀ ਉਹਦੇ ਕੇਸ 'ਚ ਫੇਲਿਅਰ ਹੋ ਰਿਹਾ ਸੀ 45 plus 5/2 ਤੋਂ ਫਰੋਮ ਸਿਗਮਾ 1 ਐਕਸਿਸ ਬਟ ਜੇ ਆਪਾਂ ਪੈਸਿਵ ਅਰਥ ਪ੍ਰੈਸ਼ਰ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਫੇਲਿਅਰ ਹੋ ਰਿਹਾ 45 minus 5/2 ਤੇ ਫਰੋਮ ਵਰਟੀਕਲ ਐਕਸਿਸ ਯਾਨੀ ਕਿ ਇਹਦੇ ਵਿੱਚ ਫੇਲਿਅਰ ਪਲੇਨ ਕਿੰਨਾ ਹੋਊਗਾ ਫੇਲਿਅਰ ਹੈ 45 minus 5/2 ਤੇ ਦੋਨੇ ਕੇਸਿਸ 'ਚ ਫੇਲਿਅਰ ਕਿੱਥੋਂ ਲਿਆ ਆਪਾਂ ਫਰੋਮ ਵਰਟੀਕਲ ਐਕਸਿਸ ਹੁਣ ਇਹਦੇ ਵਿੱਚ ਆਪਾਂ ਇੱਕ ਗੱਲ ਕਿਵੇਂ ਧਿਆਨ 'ਚ ਰੱਖ ਸਕਦੇ ਹਾਂ ਜੇ ਤਾਂ ਇਸ ਥਾਂ ਦੇ ਉੱਪਰ ਪਲੱਸ ਵਾਲਾ ਸਾਈਨ ਹੈ ਜਾਂ ਇਸ ਕਾਂਸਟੈਂਟ ਦੇ ਵਿੱਚ ਉੱਪਰ ਪਲੱਸ ਵਾਲਾ ਸਾਈਨ ਹੈ ਤਾਂ ਫੇਲਿਅਰ ਪਲੇਨ ਦੇ ਵਿੱਚ ਸਾਈਨ ਕੀ ਹੋ ਜਾਊਗਾ ਮਾਈਨਸ ਹੋ ਜਾਊਗਾ ਇਸ ਤੋਂ ਉਲਟ ਕੇਸ ਦੇ ਵਿੱਚ ਜੇ ਉੱਪਰਲੇ ਪਾਸੇ ਸਾਈਨ ਮਾਈਨਸ ਦਾ ਹੋਊਗਾ ਤਾਂ ਇੱਥੇ ਸਾਈਨ ਕੀ ਹੋ ਜਾਊਗਾ ਪਲੱਸ ਦਾ ਹੋ ਜਾਊਗਾ ਆਪਾਂ ਜਿਵੇਂ ਪਿਛਲੀ ਵਾਰੀ ਸ਼ੀਅਰ 'ਚ ਗੱਲ ਕੀਤੀ ਸੀ ਹਰ ਕੇਸ ਦੇ ਉੱਤੇ ਆਪਾਂ ਫੇਲਿਅਰ ਪਲੇਨ 45 plus 5/2 ਤੇ ਲਿਆ ਸੀ ਕਿਉਂ ਕਿਉਂਕਿ ਆਪਾਂ ਇੱਥੇ ਵੀ ਉਹੀ ਗੱਲ ਕਹਿ ਰਹੇ ਹਾਂ ਵੀ ਐਕਟਿਵ ਅਰਥ ਪ੍ਰੈਸ਼ਰ ਵਾਲਾ ਕੇਸ ਆਪਣਾ ਕ੍ਰਿਟੀਕਲ ਕੇਸ ਬਣੂਗਾ ਤਾਂ ਉਸੇ ਕ੍ਰਿਟੀਕਲ ਕੇਸ ਦੇ ਵਿੱਚ ਹੀ ਆਪਾਂ ਫੇਲਿਅਰ ਨੂੰ ਕੰਸੀਡਰ ਕਰਨਾ ਹੈ ਹੁਣ ਆਪਾਂ ਇਹ ਦੇਖਦੇ ਹਾਂ ਵੀ ਜਿਹੜੇ ਇਹਨਾਂ ਦੇ ਨਾਲ ਅਲੱਗ-ਅਲੱਗ ਪ੍ਰੈਸ਼ਰ ਪ੍ਰੋਡਿਊਸ ਹੋਏ ਨੇ ਉਹ ਪ੍ਰੈਸ਼ਰ ਕਿਸ ਤਰੀਕੇ ਦੀ ਫੋਰਸ ਐਗਜ਼ਰਟ ਕਰਨਗੇ ਤੇ ਉਹਨਾਂ ਦੀ ਵੇਰੀਏਸ਼ਨ ਕਿਸ ਤਰੀਕੇ ਦੀ ਹੋਊਗੀ ਜੇਕਰ ਆਪਾਂ ਇਹਦੇ ਵਿੱਚ ਸਿਗਮਾ 1 ਦੀ ਵੈਲਿਊ ਪੁੱਟ ਕਰੀਏ ਤਾਂ ਇੱਥੇ ਆਪਾਂ ਇਹਨੂੰ ਗਾਮਾ z ਹੀ ਪੁੱਟ ਕਰਾਂਗੇ ਇਹਦੀ ਵੈਲਿਊ ਕਦੇ ਵੀ ਚੇਂਜ ਨਹੀਂ ਹੋਊਗੀ c ਤੱਕ ਕੋਹੈਜ਼ਨ ਹੈ ਇਹਦੀ ਵੈਲਿਊ 9 ਹੋਊਗੀ ਹੁਣ ਆਪਾਂ ਅੱਗੇ ਫੋਰਸਸ ਦੇਖਦੇ ਹਾਂ ਫੋਰਸਸ ਦੇ ਕੇਸ 'ਚ ਆਪਾਂ ਕਿਵੇਂ ਸਟੱਡੀ ਕਰਾਂਗੇ ਫੋਰਸਸ ਕੈਲਕੂਲੇਟ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੁੰਦਾ ਵੀ ਜਿਹੜੀ ਪ੍ਰੈਸ਼ਰ ਡਾਇਗਰਾਮ ਬਣ ਰਹੀ ਹੈ ਉਹ ਕਿਸ ਤਰੀਕੇ ਦੀ ਬਣ ਰਹੀ ਹੈ ਆਪਾਂ ਪ੍ਰੈਸ਼ਰ ਡਾਇਗਰਾਮ ਨੂੰ ਵਿਦ ਦ ਰੈਫਰੈਂਸ ਆਫ ਐਕਟਿਵ ਅਰਥ ਪ੍ਰੈਸ਼ਰ ਪੜ੍ਹ ਲੈਂਦੇ ਹਾਂ
ਚੇਂਜ ਕੀ ਕਰਨਾ ਹੋਊਗਾ, ਜੇ ਪੈਸਿਵ ਪੁੱਛ ਲਿਆ ਤਾਂ ਉਹਦੇ ਵਿੱਚ ਸਿਰਫ ਐਕਟਿਵ ਦੀ ਥਾਂ ਦੇ ਉੱਪਰ ਪੈਸਿਵ ਵਾਲਾ ਕੋਐਫੀਸ਼ੀਐਂਟ ਪੁੱਟ ਹੋ ਜਾਊਗਾ, ਬਾਕੀ ਚੀਜ਼ਾਂ ਸੇਮ ਰਹਿਣਗੀਆਂ। ਫੋਰਸਿਸ ਦੀ ਜੇ ਆਪਾਂ ਗੱਲ ਕਰੀਏ ਤਾਂ ਹੁਣ ਜੇ ਕੋਈ ਵੀ ਇੱਕ ਵਾਲ ਹੈ, ਲਾਈਕ ਇਹ ਕੋਈ ਵਾਲ ਹੈ, ਵਾਲ ਦੇ ਇਸ ਸਾਈਡ ਉੱਪਰ ਸੋਇਲ ਹੈ, ਇਸ ਸੋਇਲ ਦਾ ਯੂਨਿਟ weight ਗਾਮਾ ਹੈ, फाई ਇਹਦਾ ਕੋਐਫੀਸ਼ੀਐਂਟ ਹੈ। ਆਪਾਂ ਉਸ ਸੋਇਲ ਦੀ ਗੱਲ ਕਰਾਂਗੇ ਜਿਸ ਕੇਸ ਦੇ ਵਿੱਚ ਫਿਲਹਾਲ फाई ਦੀ ਵੈਲਿਊ ਹੈਗੀ ਹੈ ਤੇ C ਆਪਣਾ 0 ਹੈ। ਆਪਾਂ C 0 ਯਾਨੀ ਕਿ ਕੋਹੈਜ਼ਨ ਹੈ ਸੋਇਲ ਵਾਸਤੇ ਇਹ ਕੇਸ ਸਟੱਡੀ ਕਰ ਰਹੇ ਹਾਂ। ਗਾਮਾ ਤੇ फाई ਦੋਨੋਂ ਚੀਜ਼ਾਂ ਆਪਾਂ ਨੂੰ ਪਤਾ ਨਹੀਂ। ਤਾਂ ਹੁਣ ਜਦੋਂ ਮੈਂ ਸੋਇਲ ਦਾ ਕੇਸ ਦੀ ਗੱਲ ਕਰੂੰਗਾ ਤਾਂ ਆਪਾਂ ਕੀ ਪੜਿਆ ਸੀਗਾ, ਪ੍ਰੈਸ਼ਰ ਯਾਨੀ ਕਿ ਸਿਗਮਾ 3 ਕਾਦੇ ਬਰਾਬਰ ਆਇਆ ਸੀਗਾ, सिग्मा 1 into Ka in case of active earth pressure, ਤਾਂ सिग्मा 1 ਕਾਦੇ ਬਰਾਬਰ ਸੀਗਾ, ਗਾਮਾ into Z ਦੇ। ਯਾਨੀ ਕਿ ਆਪਾਂ ਕੀ ਕਹਿ ਸਕਦੇ ਹਾਂ, ਜਿਵੇਂ ਜਿਵੇਂ ਹਾਈਟ ਵੱਧਦੀ ਜਾਊਗੀ, ਜਿਵੇਂ ਜਿਵੇਂ ਆਪਾਂ ਨੀਚੇ ਨੂੰ ਆਉਂਦੇ ਚਲੇ ਜਾਵਾਂਗੇ, ਡੈਪਥ ਵਧਾਉਂਦੇ ਚਲੇ ਜਾਵਾਂਗੇ, ਉਵੇਂ ਉਵੇਂ ਹੀ ਕਿ ਸਿਗਮਾ 3 ਦੀ ਵੈਲਿਊ ਵੱਧਦੀ ਚਲੀ ਜਾਊਗੀ। ਟੌਪ ਦੇ ਉੱਪਰ ਆ ਰੈਫਰੈਂਸ ਲਾਈਨ ਹੈ, ਟੌਪ ਦੇ ਉੱਪਰ ਆਪਣੀ ਡੈਪਥ ਕਿੰਨੀ ਹੈ 0, ਤਾਂ ਪ੍ਰੈਸ਼ਰ ਵੀ ਕਿੰਨਾ ਹੋਊਗਾ 0। ਜਿਵੇਂ ਜਿਵੇਂ ਆਪਾਂ ਨੀਚੇ ਆਉਂਦੇ ਚਲੇ ਗਏ, Z ਵੱਧਦਾ ਚਲਾ ਗਿਆ, ਉਵੇਂ ਉਵੇਂ ਹੀ ਆਪਣਾ ਅਰਥ ਪ੍ਰੈਸ਼ਰ ਵੀ ਵੱਧਦਾ ਚਲਾ ਗਿਆ, ਨਾਲ ਦੀ ਨਾਲ ਅਰਥ ਪ੍ਰੈਸ਼ਰ ਇਨਕਰੀਜ਼ ਹੋਈ ਜਾ ਰਿਹਾ। ਜੇ ਜਿਵੇਂ ਆਪਾਂ ਬਾਟਮ ਤੇ ਪਹੁੰਚ ਜਾਗੇ, ਨਾਲ ਦੀ ਨਾਲ ਆਪਣਾ ਅਰਥ ਪ੍ਰੈਸ਼ਰ ਕਿੰਨਾ ਹੋ ਜਾਊਗਾ, ਸਿਗਮਾ 3 ਦੀ ਵੈਲਿਊ ਕਿੰਨੀ ਆ ਜਾਊਗੀ, Ka into gamma into Z। ਇਸ ਕੇਸ ਦੇ ਵਿੱਚ ਆਪਾਂ ਟੋਟਲ ਹਾਈਟ ਨੂੰ ਕਿੰਨਾ ਮੰਨ ਕੇ ਚੱਲ ਰਹੇ ਹਾਂ, Z। ਤਾਂ Ka into gamma into Z, ਹਾਈਟ ਨੂੰ ਤੁਸੀਂ H ਵੀ ਲੈ ਸਕਦੇ ਹੋ, Z ਵੀ ਲੈ ਸਕਦੇ ਹੋ। ਤਾਂ ਸਿਗਮਾ 3 ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲੇ, ਗਾਮਾ Z into Ka। ਇਹ ਆਪਣੇ ਕੋਲੇ ਮੈਕਸਿਮਮ ਵੈਲਿਊ ਹੈ। ਜਦੋਂ ਵੀ ਆਪਾਂ ਫੋਰਸ ਕੈਲਕੂਲੇਟ ਕਰਨੀ ਹੁੰਦੀ ਹੈ, ਫੋਰਸ ਕੈਲਕੂਲੇਟ ਕਰਨ ਦੇ ਦੋ ਮੈਥਡ ਹੁੰਦੇ ਨੇ। ਫੋਰਸ ਕੈਲਕੂਲੇਟ ਕਰਨ ਦੇ ਦੋ ਮੈਥਡ ਕਿਹੜੇ ਕਿਹੜੇ ਹੁੰਦੇ, ਇੱਕ ਤਾਂ ਏਰੀਆ ਆਫ ਪ੍ਰੈਸ਼ਰ ਡਾਇਗਰਾਮ, ਸਿੰਪਲੀ ਏਰੀਆ ਲੈ ਲਓ ਪ੍ਰੈਸ਼ਰ ਡਾਇਗਰਾਮ ਦਾ, ਜਾਂ ਫਿਰ ਐਵਰੇਜ ਵੈਲਿਊ ਆਫ ਪ੍ਰੈਸ਼ਰ ਨੂੰ ਗੁਣਾ ਕਰ ਦਿਓ ਵਿਦ ਏਰੀਆ। ਐਵਰੇਜ ਵੈਲਿਊ ਆਫ ਪ੍ਰੈਸ਼ਰ ਇਨਟੂ ਏਰੀਆ ਆਫ ਵਾਲ। ਹੁਣ ਆਪਾਂ ਇਹ ਦੋਨੇ ਤਰੀਕਿਆਂ ਨਾਲ ਕੈਲਕੂਲੇਟ ਕਰਕੇ ਦੇਖਦੇ ਹਾਂ, ਦੋਨੇ ਤਰੀਕਿਆਂ ਨਾਲ ਰਿਜ਼ਲਟਸ ਆਪਣੇ ਸੇਮ ਹੋਣਗੇ। ਜੇ ਮੈਂ ਏਰੀਆ ਆਫ ਪ੍ਰੈਸ਼ਰ ਡਾਇਗਰਾਮ ਲਵਾਂ, ਆ ਮੇਰੀ ਪ੍ਰੈਸ਼ਰ ਡਾਇਗਰਾਮ ਹੈ, ਇਸ ਪ੍ਰੈਸ਼ਰ ਡਾਇਗਰਾਮ ਦਾ ਏਰੀਆ ਕਿੰਨਾ ਹੋਊਗਾ 1/2 ट्रायंगल है, 1/2 इंटू बेस इंटू परपेंडिकुलर, बेस कितना है Ka इंटू गामा इंटू Z, हाइट कितनी है Z। क्लियर। तो फ्रॉम इथों अपने को फोर्स कितनी आ गई एरिया ऑफ प्रेशर डायग्राम का 1/2 इंटू Ka इंटू गामा इंटू Z स्क्वायर। ये अपनी सिंपली फोर्स आ गई किहड़े केस दे विच, इन केस ऑफ एक्टिव अर्थ प्रैशर, जदों आपां एरिया ऑफ प्रैशर डायग्राम कंसीडर कीता है। हुण जे आपां दूसरा केस देखिए, एवरेज वैल्यू ऑफ प्रैशर लईए तां टॉप दे उपर प्रैशर 0 है, बॉटम दे उपर ये वैल्यू है, तां एवरेज वैल्यू कितनी आ गई प्रैशर दी, एवरेज वैल्यू किवें लैनी हुंदी है 0 प्लस Ka इंटू गामा इंटू Z बटा 2, यानी कि मैं की कह सकता है Ka इंटू गामा इंटू Z बाय 2 आ गई। तो फोर्स का बराबर आ गई Ka इंटू गामा इंटू Z बाय 2 इंटू हुण एरिया ऑफ वॉल करना है, एरिया ऑफ वॉल का बराबर होगा दिस हाइट, यानी कि हाइट इंटू आपां नूं लेंथ करनी पऊगी, जिन्नी भी लेंथ आपां वॉल दी कंसीडर कर रहे हैं। बट इस वॉल दी लेंथ आपां नूं पता नहीं, तो आपां यूनिट लेंथ वास्ते कैलकुलेट करते हुंदे हैं सारियां कैलकुलेशंस। तो इत्थे आपां लेंथ नूं कितना ले लैंदे हुंदे हैं Z इंटू लेंथ की वैल्यू आपां 1 पर यूनिट लेंथ की कैलकुलेशंस होंदियां ने सारियां। तो इत्थों भी वैल्यू कितनी आ गई 1/2 इंटू Ka इंटू गामा इंटू Z स्क्वायर। मोस्टली स्टूडेंट सोच रहे होंगे कि जे सर लेंथ की वैल्यू चेंज कर जे फिर तो दोनों केसेस में प्रैशर अलग अलग आ जाएंगे, नहीं। जे आपां नूं लेंथ की वैल्यू दित्ती भी होवे तां उस केस दे विच जिहड़ी अपनी ये प्रैशर डायग्राम होगी भी 3D च बनूगी, यानी कि ये पिछे नूं भी एक्सटेंड होगी अपनी डायग्राम। तो उस केस दे विच आपां एरिया की थां ते वॉल्यूम कंसीडर करांगे।
ਜਿਹੜੀ ਇਹ ਟ੍ਰਾਇੰਗੂਲਰ ਡਾਇਗਰਾਮ ਬਣ ਰਹੀ ਹੈ, ਜੇ ਟ੍ਰਾਇੰਗੂਲਰ ਡਾਇਗਰਾਮ 3D ਚ ਬਣ ਜੇ ਤਾਂ ਉਹਨੂੰ ਪ੍ਰਿਜ਼ਮ ਬੋਲਦੇ ਹੁੰਦੇ ਆ ਆਪਾਂ। ਤਾਂ ਉੱਥੇ ਆਪਾਂ ਨੂੰ ਪ੍ਰੈਸ਼ਰ ਪ੍ਰਿਜ਼ਮ ਦਾ ਵੋਲਿਊਮ ਕੰਸੀਡਰ ਕਰਨਾ ਪਊਗਾ, ਯਾਨੀ ਕਿ ਉੱਥੇ ਫਿਰ ਗੁਣਾ ਲੈਂਥ ਹੋਊਗੀ ਨਾਲ। ਇਸ ਕੇਸ ਦੇ ਵਿੱਚ ਆਪਾਂ ਕਿਉਂਕਿ ਏਰੀਆ ਆਫ ਵਾਲ ਹੀ ਕੰਸੀਡਰ ਕੀਤਾ, ਇੱਥੇ ਆਪਣੀ ਪਹਿਲਾਂ ਤੋਂ ਹੀ ਲੈਂਥ ਐਜ਼ ਅ ਯੂਨਿਟ ਕੰਸੀਡਰ ਹੋ ਰਹੀ ਹੈ। ਤਾਂ ਜੇ ਆਪਾਂ ਜਦੋਂ ਵੀ ਕੈਲਕੂਲੇਸ਼ਨਸ ਕਰਨੀਆਂ ਹੋਣਗੀਆਂ ਆਪਾਂ ਹਮੇਸ਼ਾ ਫॉर ਯੂਨਿਟ ਲੈਂਥ ਹੀ ਕਰਾਂਗੇ, ਤਾਂ ਆਪਣੀ ਕੈਲਕੂਲੇਸ਼ਨ ਇਸ ਤਰੀਕੇ ਨਾਲ ਹੀ ਹੋਣਗੀਆਂ। ਜਦੋਂ ਆਪਾਂ ਟੋਟਲ ਫੋਰਸ ਦੇਖਾਂਗੇ ਆਫਟਰ ਫਾਈਨਲਾਈਜ਼ਿੰਗ ਡਿਜ਼ਾਈਨ ਕੰਸਟਰਕਸ਼ਨ ਵੇਲੇ, ਉਦੋਂ ਆਪਾਂ ਉਹਨੂੰ ਅਲੱਗ ਤੋਂ ਲੈਂਥ ਨਾਲ ਮਲਟੀਪਲਾਈ ਕਰਾਂਗੇ। ਕਲੀਅਰ? ਤਾਂ ਹੁਣ ਇਸ ਤੋਂ ਬਾਅਦ ਆਪਾਂ ਇਹ ਦੇਖੀਏ ਵੀ ਇਹ ਫੋਰਸ ਐਕਟ ਕਿਸ ਥਾਂ ਉੱਪਰ ਕਰ ਰਹੀ ਹੈ। ਹੁਣ ਇਹ ਟ੍ਰਾਇੰਗੂਲਰ ਡਾਇਗਰਾਮ ਹੈ, ਜਦੋਂ ਪ੍ਰੈਸ਼ਰ ਡਾਇਗਰਾਮ ਦਾ ਜਿੱਥੇ ਵੀ ਸੈਂਟਰੋਇਡ ਹੋਊਗਾ ਉਸੇ ਸੈਂਟਰੋਇਡ ਵਾਲੇ ਪੁਆਇੰਟ ਦੇ ਉੱਪਰ ਆਪਣੀ ਫੋਰਸ ਐਕਟ ਕਰਦੀ ਹੁੰਦੀ ਹੈ। ਹੁਣ ਆਪਾਂ ਨੂੰ ਪਤਾ ਹੈ ਟ੍ਰਾਇੰਗਲ ਦਾ ਸੈਂਟਰੋਇਡ ਕਿਸ ਪੁਆਇੰਟ ਤੇ ਐਕਟ ਕਰਦਾ ਹੁੰਦਾ ਹੈ? ਐਟ h/3 from base, ਜਾਂ ਆਪਾਂ ਕੀ ਕਹਿ ਸਕਦੇ ਹਾਂ ਐਟ 2h/3 from top। ਤਾਂ ਆਪਾਂ ਫੋਰਸਿਸ ਦੇ ਕੇਸ ਕੀ ਲਿਖ ਸਕਦੇ ਹਾਂ? x at 2h/3 from top। ਜੇ ਤੁਸੀਂ ਬਾਟਮ ਕੰਸੀਡਰ ਕਰ ਰਹੇ ਹੋ ਤਾਂ ਤੁਸੀਂ ਬਾਟਮ ਤੋਂ ਵੀ ਲੈ ਸਕਦੇ ਹੋ, ਟੌਪ ਕੰਸੀਡਰ ਕਰ ਰਹੇ ਹੋ ਤਾਂ ਟੌਪ ਤੋਂ ਵੀ ਲੈ ਸਕਦੇ ਹੋ। ਇਹਦੇ ਵਿੱਚ 2h/3 ਟੌਪ ਤੋਂ, h/3 ਬਾਟਮ ਤੋਂ, ਟ੍ਰਾਇੰਗੂਲਰ ਦੇ ਕੇਸ 'ਚ। ਇਨ ਕੇਸ ਡਾਇਗਰਾਮ ਆਪਣੀ ਟ੍ਰਾਇੰਗੂਲਰ ਨਹੀਂ ਬਣ ਰਹੀ, ਰੈਕਟੈਂਗੂਲਰ ਬਣ ਰਹੀ ਹੈ, ਤਾਂ ਉਹਦੇ ਕੇਸ 'ਚ ਮਿਡ ਤੇ ਆਊਗਾ। ਰੈਕਟੈਂਗੂਲਰ ਦਾ ਕੇਸ ਕਿਹੜਾ ਹੋ ਸਕਦਾ ਹੈ? ਹੁਣ ਇਸ ਕੇਸ ਦੇ ਵਿੱਚ ਆਪਾਂ ਕੀ ਮੰਨਿਆ ਵੀ ਜਿਹੜਾ ਵੀ ਸਟ੍ਰੈਸ ਐਕਟ ਕਰ ਰਿਹਾ ਉਹ ਡਿਊ ਟੂ ਇਫੈਕਟ ਆਫ ਸੋਇਲ ਹੈ। ਉਹਦੇ ਕੇਸ 'ਚ ਉੱਪਰ ਵਾਲੇ ਸਟ੍ਰੈਸ ਦਾ ਕੋਈ ਇਫੈਕਟ ਨਹੀਂ, ਆਪਾਂ ਇਹ ਅਸਿਊਮ ਕਰ ਲਿਆ ਵੀ ਇਸ ਵਾਲ ਦੇ ਉੱਪਰ ਕੋਈ ਵੀ ਇਫੈਕਟ ਨਹੀਂ ਹੈਗਾ, ਕੋਈ ਵੀ ਸਟ੍ਰੈਸ ਨਹੀਂ ਹੈਗਾ। ਇਨ ਕੇਸ ਜਿਸ ਵਾਲ ਦੇ ਉੱਪਰ ਵੀ ਕੋਈ ਨਾ ਕੋਈ ਸਟ੍ਰੈਸ ਹੋਵੇ ਤਾਂ ਉਸ ਕੇਸ ਨੂੰ ਆਪਾਂ ਕਿਵੇਂ ਸਟੱਡੀ ਕਰਾਂਗੇ, ਹੁਣ ਆਪਾਂ ਉਹ ਦੇਖਦੇ ਹਾਂ। ਦੇਖੋ, ਜੇ ਇੱਥੇ ਵੀ ਕੋਈ ਪ੍ਰੈਸ਼ਰ ਐਕਟ ਕਰਨ ਲੱਗ ਗਿਆ ਅਲੱਗ ਤੋਂ, ਕੋਈ ਵੀ ਕਿਊ, ਇਹਨੂੰ ਆਪਾਂ ਬੋਲਦੇ ਹਾਂ ਸਰਚਾਰਜ। ਸੋਇਲ ਦੇ ਆਪਣੇ weight ਤੋਂ ਬਿਨਾ ਜਿਹੜਾ ਉੱਪਰ ਐਕਸਟਰਾ ਸਟ੍ਰੈਸ ਐਕਟ ਕਰ ਰਿਹਾ ਉਹਨੂੰ ਆਪਾਂ ਸਰਚਾਰਜ ਬੋਲਦੇ ਹਾਂ। ਤਾਂ ਹੁਣ ਜਿਹੜਾ ਵੀ ਇੱਥੇ ਸਰਚਾਰਜ ਐਕਟ ਕਰ ਰਿਹਾ ਅਲੱਗ ਤੋਂ ਵਰਟੀਕਲ ਲੋਡ ਆ ਗਿਆ, ਇਹਦਾ ਕੁਝ ਕੰਪੋਨੈਂਟ ਆਟੋਮੈਟਿਕਲੀ ਹੌਰੀਜ਼ੌਂਟਲ ਚ ਕਨਵਰਟ ਹੋ ਜਾਊਗਾ। ਤਾਂ ਡਿਊ ਟੂ ਸਰਚਾਰਜ ਆਪਣਾ ਹੌਰੀਜ਼ੌਂਟਲ ਇਫੈਕਟ ਕਿੰਨਾ ਆਊਗਾ? ਆਪਾਂ ਕਿਵੇਂ ਲਿਖਦੇ ਸੀਗੇ? ਸਿਗਮਾ 3 ਕਾਦੇ ਬਰਾਬਰ ਹੁੰਦਾ ਸੀਗਾ? ਸਿਗਮਾ 1 into Ka। ਇੱਥੇ ਸਿਗਮਾ 1 ਦੀ ਵੈਲਿਊ ਕਿੰਨੀ ਹੈ? Q, ਤਾਂ Q into Ka, ਯਾਨੀ ਕਿ Q into Ka ਸਾਰੀ ਵਾਲ ਤੇ ਲੱਗਣ ਲੱਗ ਜੂਗਾ। ਤਾਂ ਪਹਿਲੀ ਆਪਣੀ ਪ੍ਰੈਸ਼ਰ ਡਾਇਗਰਾਮ ਕਿਵੇਂ ਬਣ ਗਈ? ਲਾਈਕ ਦਿਸ। ਇਹ ਸਾਰੀ ਕਿਹਦੇ ਕਰਕੇ ਹੈ? ਡਿਊ ਟੂ ਸਰਚਾਰਜ। ਇਹਦੀ ਡਾਇਰੈਕਸ਼ਨ ਕਿੱਧਰ ਨੂੰ ਹੈ? ਅਵੇ ਫਰੋਮ ਦ ਸੋਇਲ। ਜੇ ਪੈਸਿਵ ਕੱਢਣਾ ਹੁੰਦਾ ਤਾਂ ਇੱਥੇ Kp ਹੋ ਜਾਂਦਾ, Kp into Q ਹੋ ਜਾਂਦਾ, ਤਾਂ ਅਵੇ ਫਰੋਮ ਸੋਇਲ। ਤਾਂ ਇਸ ਕੇਸ ਦੇ ਵਿੱਚੋਂ ਜੇਕਰ ਆਪਾਂ ਕੇਸ ਡਿਰਾਈਵ ਕਰਨਾ ਹੋਵੇ ਫॉर द ਅਦਰ ਕੇਸ, ਯਾਨੀ ਕਿ ਸੋਇਲ ਦੇ ਆਪਣੇ weight ਕਰਕੇ, ਸੋਇਲ ਦੇ ਆਪਣੇ weight ਕਰਕੇ ਬਿਲਕੁਲ ਜਿਵੇਂ ਆਪਾਂ ਉਵੇਂ ਡਾਇਗਰਾਮ ਬਣਾਈ ਸੀ ਲਾਸਟ ਕੇਸ ਦੇ ਵਿੱਚ ਉਦਾਂ ਹੀ ਬਣੂਗੀ। ਹੁਣ ਜੇ ਮੈਂ NA ਕੋਆਰਡੀਨੇਟ ਦੀ ਗੱਲ ਕਰਾਂ, ਇਹ ਆਪਾਂ ਪਿਛਲੇ ਕੇਸ 'ਚ ਕੈਲਕੂਲੇਟ ਕੀਤਾ ਹੈ, Ka into gamma into Z। ਆਹ ਵਾਲਾ ਕੋਆਰਡੀਨੇਟ ਆਪਾਂ ਕਿਵੇਂ ਕੈਲਕੂਲੇਟ ਕੀਤਾ ਸੀਗਾ? Q into Ka, Ka into Q। ਤਾਂ ਆਪਣੇ ਕੋਲ ਦੋਨੇ ਪ੍ਰੈਸ਼ਰਸ ਨਿਕਲੇ। ਹੁਣ ਜੇ ਤੁਸੀਂ ਇਹ ਦੇਖਣਾ ਹੋਵੇ ਵੀ ਇਹ ਫੋਰਸ ਐਕਟ ਕਿੱਥੇ ਕਿੱਥੇ ਕਰ ਰਹੀ ਹੈ ਤਾਂ ਆਪਾਂ ਉਹ ਵੀ ਕੈਲਕੂਲੇਟ ਕਰ ਸਕਦੇ ਹਾਂ। ਤਾਂ ਹੁਣ ਜਿਹੜੀ ਆਹ ਰੈਕਟੈਂਗਲ ਵਾਲੀ ਫੋਰਸ ਹੈ ਇਹ ਐਕਟ ਕਰੂਗੀ ਇਹਦੇ ਮਿਡ ਦੇ ਉੱਪਰ, ਯਾਨੀ ਕਿ ਐਟ h/2 from top ਤੇ ਐਕਟ ਕਰੂਗੀ। ਇਧਰਲੀ ਫੋਰਸ ਕਿੰਨੇ ਤੇ ਐਕਟ ਕਰੂਗੀ? ਸੇਮ ਪਿਛਲੀ ਵਾਰ ਵਾਂਗੂ 2h/3 from top। ਦੋਨੇ ਫੋਰਸਿਸ ਵੀ ਕੈਲਕੂਲੇਟ ਹੋ ਗਈਆਂ। ਜੇ ਆਪਾਂ ਫੋਰਸਿਸ ਦੀ ਵੈਲਿਊ ਕੱਢਣੀ ਹੋਵੇ ਕਿਵੇਂ ਕੈਲਕੂਲੇਟ ਹੋਊਗੀ, ਤਾਂ ਆਪਾਂ ਜਿਵੇਂ ਦੋਨੇ ਕੇਸ ਪੜ੍ਹੇ ਸੀਗੇ, ਇਹਦਾ ਏਰੀਆ ਕੱਢ ਸਕਦੇ ਆ, ਸਾਰੀ ਡਾਇਗਰਾਮ ਦਾ ਏਰੀਆ ਕੱਢ ਲਾਂਗੇ ਤਾਂ ਵੀ ਨਿਕਲ ਆਊਗਾ। ਰੈਕਟੈਂਗਲ ਦਾ ਅਲੱਗ ਤੋਂ ਕੱਢ ਕੇ ਟ੍ਰਾਇੰਗਲ ਦਾ ਅਲੱਗ ਤੋਂ ਕੱਢ ਕੇ ਐਡ ਕਰ ਲਓਗੇ ਤਾਂ ਵੀ ਨਿਕਲ ਆਊਗਾ। ਜਾਂ ਇਹਨਾਂ ਦੋਨਾਂ ਸਟ੍ਰੈਸਿਸ ਦੀ ਐਵਰੇਜ ਲੈ ਕੇ ਮਲਟੀਪਲਾਈ ਬਾਈ ਏਰੀਆ ਕਰ ਦੋਗੇ ਤਾਂ ਵੀ ਨਿਕਲ ਆਊਗਾ। ਦੋਨਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਆਨਸਰਸ ਸੇਮ ਆਣਗੇ। ਤਾਂ ਹੁਣ ਇਸ ਤੋਂ ਬਿਨਾ ਹੋਰ ਕਿਹੜੇ ਕੇਸ ਬਣ ਸਕਦੇ ਆ? ਇਸ ਤੋਂ ਬਿਨਾ ਜਿਹੜੇ ਆਪਣੇ ਕੇਸਿਸ ਨੇ, ਦੈਟ ਇਜ਼ ਕਿ ਜੇ ਸੋਇਲ ਦੇ ਵਿੱਚ ਕੋਹੈਜ਼ਨ ਵੀ ਹੋਵੇ ਫਿਰ ਕੇਸ ਕਿਸ ਤਰੀਕੇ ਨਾਲ ਮੋਡੀਫਾਈ ਹੋ ਜਾਣਗੇ, ਤੇ ਜੇ ਆਪਾਂ ਕੁਐਸਚਨਸ ਅਟੈਂਪਟ ਕਰਨੇ ਹੋਣ ਤਾਂ ਕਿਵੇਂ ਅਟੈਂਪਟ ਕਰਾਂਗੇ। ਨੈਕਸਟ ਵੀਡੀਓ ਦੇ ਵਿੱਚ ਆਪਾਂ ਉਹੀ ਟੌਪਿਕ ਨੂੰ ਅੱਗੇ ਡਿਸਕਸ ਕਰਾਂਗੇ। ਨਾਲ ਹੀ ਆਪਾਂ ਇਹ ਦੇਖਾਂਗੇ ਵੀ ਨਿਊਮੈਰੀਕਲ ਪ੍ਰੋਬਲਮਸ ਦੇ ਵਿੱਚ ਮੋਸਟਲੀ ਸਟੂਡੈਂਟਸ ਕੀ ਮਿਸਟੇਕਸ ਕਰਦੇ ਨੇ। ਅੱਜ ਵਾਲੇ ਟੌਪਿਕ ਦੇ ਵਿੱਚ ਮੋਸਟਲੀ ਸਟੂਡੈਂਟਸ ਮਿਸਟੇਕ ਇਸ h/3 ਤੇ ਕਰਦੇ ਨੇ। ਸੈਕੰਡ ਮਿਸਟੇਕ ਹੁੰਦੀ ਹੈ ਫੇਲਿਅਰ ਪਲੇਨ ਦਾ ਐਂਗਲ ਲੈਣ ਵੇਲੇ, ਵੀ ਕਿੱਥੇ ਪਲੱਸ ਲੈਣਾ ਕਿੱਥੇ ਮਾਈਨਸ ਲੈਣਾ। ਆਈ ਹੈਵ ਆਲਰੇਡੀ ਐਕਸਪਲੇਨਡ ਯੂ ਇਨ ਡਿਟੇਲ ਕਿ ਕਿੱਥੇ ਕਿੱਥੇ ਫੇਲਿਅਰ ਪਲੇਨ ਦਾ ਕਿਹੜਾ ਐਂਗਲ ਯੂਜ਼ ਹੋਊਗਾ।
ਤਾਂ ਪੇਪਰ ਦੇ ਵਿੱਚ ਧਿਆਨ ਰੱਖਣਾ, ਸਿਲੀ ਮਿਸਟੇਕਸ ਨਹੀਂ ਕਰਨੀਆਂ। ਜਿਨ੍ਹਾਂ ਸਟੂਡੈਂਟਸ ਨੇ ਵੀ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਿਓ, ਆਪਣੇ ਫਰੈਂਡਸ ਨਾਲ ਵੀਡੀਓ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਸਟੂਡੈਂਟਸ ਨੂੰ ਇਹਦਾ ਬੈਨੀਫਿਟ ਮਿਲ ਸਕੇ। ਥੈਂਕ ਯੂ ਵੈਰੀ ਮਚ।